ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ। ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਸੇਵਕ ਪਰਿਵਾਰ ਦੇ ਸੀਸ 'ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆਂ ਸਤਿਗੁਰੂ ਜੀ ਨੇ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ। ਸੇਵਕ ਪਰਿਵਾਰ ਦੇ ਗ੍ਰਹਿ ਵਿਖੇ ਬਿਰਾਜਮਾਨ ਹੋ ਕੇ ਪਾਤਸ਼ਾਹ ਜੀ ਅੰਮ੍ਰਿਤਮਈ ਗੁਰਬਾਣੀ ਦਾ ਗਿਆਨ ਸਾਨੂੰ ਜੀਵਾਂ ਨੂੰ ਸੋਝੀ ਬਖਸ਼ਿਸ਼ ਕਰਨ ਵਾਸਤੇ ਪਾਤਸ਼ਾਹ ਸਾਡੀ ਝੋਲੀ ਦੇ ਵਿੱਚ ਅੰਮ੍ਰਿਤ ਦੀ ਗਿਆਨ ਦੀ ਉਹ ਮਹਾਨ ਦਾਤ ਬਖਸ਼ਿਸ਼ ਕਰ ਰਹੇ ਨੇ, ਜਿਸ ਦਾਤ ਦੇ ਪ੍ਰਾਪਤ ਕਰਨ ਦੇ ਨਾਲ ਸਾਡਾ ਇਹ ਜੀਵਨ ਸਫਲ ਹੋਣਾ ਹੈ। ਜਿੱਥੇ ਅੰਮ੍ਰਿਤਮਈ ਗੁਰਬਾਣੀ ਦੇ ਜਾਪ ਚੱਲ ਰਹੇ ਹਨ, ਉੱਥੇ ਆਓ ਕੁਝ ਕੁ ਸਮਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੇ ਵਿੱਚੋਂ ਸ਼ਬਦ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਦਾ ਯਤਨ ਕਰੀਏ, ਤਾਂ ਕਿ ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਸਾਡੇ ਜੀਵਨ ਦੇ ਵਿੱਚ ਇਸ ਬਾਣੀ ਦਾ ਗਿਆਨ ਸਾਡੇ ਮਾਰਗ ਨੂੰ, ਸਾਡੇ ਜੀਵਨ ਨੂੰ ਸੁਚੱਜਾ ਢੰਗ ਬਖਸ਼ਿਸ਼ ਕਰੇ, ਤਾਂ ਕਿ ਅਸੀਂ ਵਹਿਮਾਂ ਭਰਮਾਂ ਪਖੰਡਾਂ ਦੇ ਵਿੱਚੋਂ ਬਾਹਰ ਨਿਕਲ ਕੇ ਇੱਕ ਗੁਰੂ ਦੇ ਗਿਆਨ ਦਾ ਸਹਾਰਾ ਪ੍ਰਾਪਤ ਕਰਕੇ ਗੁਰੂ ਦੇ ਗਿਆਨ ਦਾ ਪ੍ਰਕਾਸ਼ ਆਪਣੇ ਹਿਰਦੇ ਦੇ ਅੰਦਰ ਪ੍ਰਕਾਸ਼ਮਾਨ ਕਰੀਏ। ਸੋ ਆਓ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੇ ਬਚਨਾਂ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਮਿੱਠੀ ਅਸੀਸ ਫਤਿਹ ਦੀ ਸਾਂਝ ਕਰੀਏ ਜੀ। ਸਾਰੇ ਹੀ ਬੜੇ ਪਿਆਰ ਸਤਿਕਾਰ ਦੇ ਨਾਲ ਹਾਜ਼ਰੀ ਲਵਾਓ, ਫਤਿਹ ਬੁਲਾਓ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਗੁਰਬਾਣੀ ਨੇ ਸਮੁੱਚੀ ਮਾਨਵਤਾ ਨੂੰ ਸੱਚ ਦਾ ਉਪਦੇਸ਼ ਦ੍ਰਿੜ ਕਰਵਾਇਆ ਹੈ। ਗੁਰੂ ਸਾਹਿਬ ਜੀ ਦੇ ਬਚਨ ਜਦੋਂ ਅਸੀਂ ਪੜ੍ਹਦੇ ਹਾਂ, ਸਰਵਨ ਕਰਦੇ ਹਾਂ, ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਨੂੰ ਹਿਰਦੇ ਦੇ ਵਿੱਚ ਧਾਰਨ ਕਰਨ ਵਾਲੇ ਅਤੇ ਇਸ ਗੁਰਬਾਣੀ ਦੇ ਨਾਲ ਸਾਂਝ ਪਾ ਕੇ ਆਪਣੇ ਜੀਵਨ ਨੂੰ ਮਾਨਵਤਾ ਦੇ ਸਰਬ ਸਾਂਝੀ ਵਾਲਤਾ ਦੇ ਉਪਦੇਸ਼ ਦੇ ਨਾਲ ਵਿਚਾਰਨ ਵਾਲੇ ਗੁਰਮੁਖ ਜਨ ਗੁਰੂ ਦੇ ਸਿਧਾਂਤ ਦੇ ਨਾਲ ਜੁੜ ਕੇ ਜਿੱਥੇ ਆਪਣੇ ਆਪ ਨੂੰ ਜੀਵਨ ਦੇ ਅੰਦਰ ਸੁਚੱਜੇ ਮਾਰਗ 'ਤੇ ਚਲਾਇਆ, ਉੱਥੇ ਉਹਨਾਂ ਦੇ ਜੀਵਨ ਤੋਂ ਮਾਨਵਤਾ ਦੇ ਅੰਦਰ ਗਿਆਨ ਪ੍ਰਾਪਤ ਕਰਕੇ ਹੋਰਾਂ ਜੀਵਾਂ ਨੇ ਵੀ ਆਪਣੇ ਆਪ ਨੂੰ ਗੁਰੂ ਦੇ ਅਨੁਕੂਲ, ਗੁਰੂ ਦੇ ਸਿਧਾਂਤਾਂ 'ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਕੀਤਾ ਹੈ। ਆਪਾਂ ਮੰਗਲਾ ਚਰਨ ਦੇ ਵਿੱਚ ਭੱਟ ਸਾਹਿਬਾਨਾਂ ਦੇ ਉਚਾਰਨ ਕੀਤੇ ਸਵਈਆਂ ਦਾ ਪਾਠ ਕੀਤਾ, ਜਿਹਦੇ ਵਿੱਚ ਇੱਕ ਸਵਈਆ ਜੋ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੇ ਮਹਾਨਤਾ ਨੂੰ ਦਰਸਾਉਂਦਿਆਂ ਹੋਇਆਂ ਗੁਰੂ ਦੇ ਉਪਦੇਸ਼ ਦੇ ਹਿਰਦੇ ਦੇ ਵਿੱਚ ਵਸਣ ਤੋਂ ਬਾਅਦ ਮਨੁੱਖ ਦੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਤਬਦੀਲੀ ਆਉਂਦੀ ਹੈ, ਗੁਰੂ ਸਾਹਿਬ ਜੀ ਨੇ ਸਾਨੂੰ ਇਹ ਸਿਧਾਂਤ ਦ੍ਰਿੜ ਕਰਵਾਇਆ। ਇਹ ਸੋਈਆ ਆਪਾਂ ਗੁਰੂ ਦੇ ਚਰਨਾਂ ਦੇ ਵਿੱਚ ਪਾਤਸ਼ਾਹ ਜੀ ਦੇ ਇਹ ਬਚਨ ਸਾਂਝੇ ਕੀਤੇ ਹਨ।
क्योंकि गुरु सवारियो, जदों असी गुरबाणी पढ़ते हाँ तो गुरबाणी का एक एक वचन, एक एक शब्द साडे जीवन नूं अगवाई देण वाला है। ये वक्री गल है कि असी गुरबाणी नूं किस संदर्भ दे विच समझण दी कोशिश करते हाँ, किस लिहाजे तो अपने जीवन दे विच धारण करन दा यतन करते हाँ, ये साडे जीवन दे उपर निर्भर करता है। पर जिन्हां ने भी गुरु दे उपदेश नूं मन करके, हिरदे करके, गुरु नूं हाज़र नाज़र जान के गुरु दे बचनां नूं अपने जीवन दे अंदर धारण कीता, वो सचमुच ही इस संसार दे विच जिथे आप मालिक प्रभु परमात्मा दे ज्ञान दे नाल सुरखरू होए ने, उन्हां ने होरां जीवां नूं भी गुरु दे उपदेश दे नाल सांझ पा के जिंदगी जिउण दा जो उपदेश उन्हां नूं समझ आया, दूजिआं नूं जदों उन्हां ने समझ आया ते उन्हां दी संगत करन वाले, उन्हां दे आस पास संबंध रखण वाले, भावें वो परिवार होवे, भावें आम मनुख होण, उन्हां सारिआं नूं ही गुरु दे उपदेश दे नाल जोड़ के नाम जपण वालिआं ने उन्हां नूं भवजल जगत दे विचों पार होण दी जुगत दृढ़ करवाई है। तां ही सतगुरु दी बाणी ने यह सिद्धांत दृढ़ करवाया, जन नानक धूड़ मांगै तिस गुर सिख की, जो आप जपै अवरह नाम जपावै। गुरु साहब कहंदे, मैं उस गुरु दे सिख दी चरनां दी धूड़ी मंगदा हाँ, जिहड़ा आप बाणी दे नाल जुड़िया है ते आप जुड़ के दूजिआं नूं भी बाणी दे नाल जोड़दा है। जन नानक धूड़ मांगै तिस गुर सिख की, जो आप जपै अवरह नाम जपावै। भट्ट साहिबान दा सवैया है, सतगुरु जी कहते हैं, कच्चों कंचन भयो शब्द गुर श्रवणे सुनियो। हुण गल गुरु साहब जी शब्द दी करते ने, गुरु दे ज्ञान दी करते ने, क्योंकि कई बारी साडे मन दे विच ये विचार आउंदी है कि असी गुरबाणी भी पढ़ते हाँ, नितनेम भी करते हाँ, पर जीवन दे विच बदलाव कोई नहीं आया। जीवन दे अंदर जो तब्दीली आउणी चाहिदी सी वो तब्दीली आई नहीं। पर गुरु साहब जी कहते हैं, गुरबाणी इस तरह है जिवें पुराने समय दे विच घर दे अंदर सवाणी दुੱਧ नूं जदों उबाला दवाउंदी सी, वो कच्चे मिट्टी दे बने हुए भांडे दे विच जदों दुੱਧ नूं उबाला दवाउणा, जिन्हों असी काढ़नी भी कहने आ, दुੱਧ काढ़न वास्ते वरती जांदी, उस काढ़नी दे विच जिस बर्तन दे विच दुੱਧ काढ़िया जांदा सी, जदों वो बर्तन टुट जावे, जदों वो बर्तन वरतों दे काबिल ना रवे, उस वेले उस बर्तन दे विच बाहर भावें दिखाई ना देवे, पर जदों ही उस टुटे हुए बर्तन दे उपर भी सूरज दीयां किरणां पैंदियां ने, तां उहदे उपर उस दुੱਧ दे करके अपना छड्डिया होया वो असर दिखाई दिंदा है कि किसी समय इस दुੱਧ दे इस भांडे दी दुੱਧ नूं उबालण वास्ते वरतों कीती जांदी रही है। गुरु साहब जी सानू यही समझाउणा चाहुंदे ने कि जदों असी गुरबाणी दे नाल अपनी सुरत नूं जोड़ांगे, जदों गुरु दे शब्द नूं अपने जीवन दे अंदर धारण करन दी कोशिश करांगे, ये ठीक है कि जल्दी जल्दी सानू ये नहीं पता लगेगा कि साडे अंदर तब्दीली आ रही है कि नहीं आ रही। पर जिवें सियाणे विद्वान कहंदे ने कि कोई बस्तर मैला हो जावे, उस बस्तर नूं धोण वास्ते असी साबन दी वरतों करदे हां, ते जदों वो मैले बस्तर नूं धोंदियां साबन उस उपर लगाया ते सानू इस तरह प्रतीत हुंदा है कि जिवें ये बस्तर होर भी ज़्यादा मलीन हो गया, होर भी ज़्यादा गंदा हो गया है।
ਕਹਿਣ ਤੋਂ ਭਾਵ ਬਰਤਨ ਚਾਹੇ ਬਸਤਰ ਜਦੋਂ ਅਸੀਂ ਸਾਫ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹਦੇ ਉੱਪਰ ਲਗਾਇਆ ਗਿਆ ਸਾਬਣ ਉਹਦੇ ਵਿੱਚ ਅੰਦਰ ਦੀ ਮੈਲ ਨੂੰ ਜਦੋਂ ਬਾਹਰ ਕੱਢਦਾ ਹੈ ਤੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਜ਼ਿਆਦਾ ਮਲੀਨ ਹੋ ਗਿਆ, ਪਰ ਅਸਲ ਦੇ ਵਿੱਚ ਉਹ ਮਲੀਨਤਾ ਉਸ ਬਸਤਰ ਦੀ ਅੰਦਰੋਂ ਨਿਕਲ ਰਹੀ ਹੈ। ਇਸੇ ਤਰ੍ਹਾਂ ਹੀ ਗੁਰਬਾਣੀ ਨੂੰ ਜਦੋਂ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ, ਹਿਰਦੇ ਦੇ ਅੰਦਰ ਵਸਾਉਣ ਦੀ ਕੋਸ਼ਿਸ਼ ਕਰਾਂਗੇ, ਸਾਡੇ ਅੰਦਰ ਦੇ ਜਿਹੜੇ ਵਿਕਾਰ ਨੇ, ਸਾਡੇ ਅੰਦਰ ਦੀ ਭੈੜੀ ਜੋ ਬਿਰਤੀ ਹੈ, ਜਿਸ ਬਿਰਤੀ ਦੇ ਕਰਕੇ ਅਸੀਂ ਗੁਰੂ ਦੇ ਨਾਲੋਂ ਟੁੱਟੇ ਹੋਏ ਹਾਂ, ਉਹ ਬਿਰਤੀ ਨੂੰ ਗੁਰੂ ਅੰਦਰੋਂ ਗੁਰਬਾਣੀ ਦੀ ਬਖਸ਼ਿਸ਼ ਦੇ ਸਦਕਾ ਬਾਹਰ ਜਦੋਂ ਕੱਢਦਾ ਹੈ। ਤੇ ਕਈ ਵਾਰੀ ਮਨ ਦੇ ਵਿੱਚ ਇਸ ਤਰ੍ਹਾਂ ਆਉਂਦਾ ਹੈ ਕਿ ਪੜ੍ਹ ਤਾਂ ਅਸੀਂ ਜਪਜੀ ਸਾਹਿਬ ਰਹੇ ਹਾਂ, ਪਰ ਸੁਰਤ ਸਾਡੀ ਕਿਤੇ ਹੋਰ ਲੱਗੀ ਹੋਈ ਹੈ। ਜ਼ੁਬਾਨ ਤੋਂ ਸੁਖਮਨੀ ਸਾਹਿਬ ਦਾ ਜਾਪ ਚੱਲ ਰਿਹਾ ਹੈ, ਜ਼ੁਬਾਨ ਤੋਂ ਅਸੀਂ ਇਹ ਕਹਿ ਰਹੇ ਹਾਂ ਕਿ ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਲ ਵਿਵਸਥਾ ਤੁਝੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ। ਇਹ ਜ਼ੁਬਾਨ ਤੋਂ ਬੋਲ ਨਿਕਲਦੇ ਨੇ। ਸਾਡੀ ਰਸਨਾ ਗੁਰਬਾਣੀ ਦੇ ਨਾਲ ਜੁੜੀ ਹੋਈ ਏ, ਪਰ ਸਾਡੀ ਸੁਰਤ ਕਿਤੇ ਹੋਰ ਹੀ ਭਟਕਣਾ ਦੇ ਵਿੱਚ ਭਟਕ ਰਹੀ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਗੁਰਬਾਣੀ ਦਾ ਅਸਰ ਨਹੀਂ ਹੋ ਰਿਹਾ। ਅਸਲ ਦੇ ਵਿੱਚ ਗੁਰੂ ਸਵਾਰਿਓ, ਜਦੋਂ ਗੁਰਬਾਣੀ ਨੂੰ ਅਸੀਂ ਅੰਦਰ ਵਸਾਉਣ ਦੀ ਕੋਸ਼ਿਸ਼ ਕਰਾਂਗੇ ਤੇ ਕਈ ਵਾਰ ਮਲੀਨਤਾ ਵਾਲੇ ਜਿਹੜੇ ਵਿਚਾਰ ਨੇ ਉਹ ਅੰਦਰੋਂ ਬਾਹਰ ਨਿਕਲਦੇ ਨੇ। ਪਰ ਜਦੋਂ ਹੌਲੀ ਹੌਲੀ ਮਨੁੱਖ ਇਹ ਸੋਚਣ ਲੱਗ ਜਾਵੇ ਕਿ ਬਸਤਰ ਧੋਣ ਵਾਸਤੇ ਸਾਬਣ ਲਗਾਇਆ ਪਰ ਇਹ ਹੋਰ ਜ਼ਿਆਦਾ ਮਲੀਨ ਹੋ ਗਿਆ, ਹੁਣ ਉੱਥੇ ਹੀ ਰੁਕ ਜਾਈਏ ਤੇ ਉਹ ਬਸਤਰ ਜਿਹੜਾ ਹੈ ਕਦੀ ਵੀ ਸਾਫ਼ ਨਹੀਂ ਹੋਵੇਗਾ। ਜਿਵੇਂ ਜਿਵੇਂ ਗੁਰਬਾਣੀ ਨੂੰ ਅਸੀਂ ਪੜ੍ਹਦੇ ਜਾਵਾਂਗੇ, ਗੁਰੂ ਦੇ ਸ਼ਬਦ ਦੇ ਨਾਲ ਸਾਂਝ ਪਾਉਂਦੇ ਜਾਵਾਂਗੇ, ਸਾਡੇ ਜੀਵਨ ਦੇ ਅੰਦਰੋਂ ਭੈੜੇ ਵਿਕਾਰ, ਭੈੜੇ ਵਿਚਾਰ, ਸਾਡੇ ਜੀਵਨ ਦੇ ਅੰਦਰ ਦੀਆਂ ਭੈੜੀਆਂ ਜਿਹੜੀਆਂ ਸਾਡੀਆਂ ਬਿਰਤੀਆਂ ਨੇ, ਜੋ ਦਿਮਾਗ ਦੇ ਵਿੱਚ ਅੱਜ ਤੱਕ ਅਸੀਂ ਦੇਖਿਆ ਸੁਣਿਆ ਤੇ ਆਪਣੀ ਜ਼ੁਬਾਨ ਦੇ ਨਾਲ ਜੋ ਕੁਝ ਕਮਾਇਆ, ਉਹ ਅੰਦਰ ਦੀ ਬਿਰਤੀ, ਅੰਦਰ ਦੇ ਜਿਹੜੇ ਵਿਕਾਰ ਨੇ ਉਹ ਬਾਹਰ ਨਿਕਲਦੇ ਨੇ। ਪਰ ਗੁਰਬਾਣੀ ਦਾ ਜਿਸ ਵੇਲੇ ਅਸਰ ਜੀਵਨ ਦੇ ਅੰਦਰ ਹਿਰਦੇ ਘਰ ਦੇ ਵਿੱਚ ਹੋ ਗਿਆ, ਫਿਰ ਸਤਿਗੁਰੂ ਜੀ ਕਹਿੰਦੇ ਹਨ ਕੱਚੋਂ ਕੰਚਨ ਭਇਓ। ਕੱਚ ਕਹਿੰਦੇ ਨੇ ਸ਼ੀਸ਼ੇ ਨੂੰ, ਮਿਰਰ ਨੂੰ। ਆਪਾਂ ਸਾਰੇ ਹੀ ਜਾਣਦੇ ਹਾਂ, ਇੱਕ ਪਾਸੇ ਕੱਚ ਤੇ ਦੂਜੇ ਪਾਸੇ ਕੰਚਨ। ਕੰਚਨ ਕਹਿੰਦੇ ਨੇ ਸੋਨੇ ਨੂੰ, ਗੋਲਡ ਨੂੰ। ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਦਾ ਸ਼ਬਦ ਸਾਡੇ ਜੀਵਨ ਦੇ ਉੱਪਰ ਕਿਸ ਤਰ੍ਹਾਂ ਪ੍ਰਭਾਵ ਪਾਉਂਦਾ ਹੈ। ਜਦੋਂ ਗੁਰੂ ਦੇ ਉਪਦੇਸ਼ ਨੂੰ ਜੀਵਨ ਵਿੱਚ ਨਹੀਂ ਕਮਾਇਆ, ਉਦੋਂ ਸਾਡਾ ਜੀਵਨ ਕੱਚ ਵਰਗਾ ਹੈ। ਕੱਚ ਦਾ ਬਹੁਤ ਕੀਮਤੀ ਅਸੀਂ ਕੋਈ ਬਰਤਨ ਲੈ ਕੇ ਆਈਏ ਘਰ ਦੇ ਅੰਦਰ, ਜਾਂ ਕੋਈ ਸਜਾਵਟ ਵਾਸਤੇ ਗਮਲਾ ਲੈ ਕੇ ਆਉਨੇ ਆ, ਜੇ ਉਹ ਗਮਲਾ ਜੋ ਕਿ ਕੱਚ ਤੋਂ ਬਣਿਆ ਹੈ ਉਹ ਟੁੱਟ ਜਾਵੇ, ਉਹ ਬੇਕਾਰ ਹੋ ਜਾਵੇ, ਅਸੀਂ ਕਦੀ ਨਹੀਂ ਕਹਿੰਦੇ ਕਿ ਇਹਨੂੰ ਸੰਭਾਲ ਕੇ ਰੱਖੋ, ਕਿਉਂਕਿ ਸਾਨੂੰ ਪਤਾ ਹੈ ਕਿ ਭਾਵੇਂ ਇਹ ਕੀਮਤੀ ਸੀ, ਕਾਫੀ ਸਾਰੇ ਪੈਸੇ ਲਗਾ ਕੇ ਸਜਾਵਟ ਦੇ ਵਾਸਤੇ ਅਸੀਂ ਇਹ ਲੈ ਕੇ ਆਏ ਸਾਂ, ਪਰ ਕੱਚ ਦਾ ਬਣਿਆ ਹੋਇਆ ਉਹ ਬਰਤਨ ਜਾਂ ਗਮਲਾ ਜਦੋਂ ਟੁੱਟ ਗਿਆ, ਉਹਦੀ ਕੀਮਤ ਬਿਲਕੁਲ ਮਿੱਟੀ ਹੋ ਜਾਂਦੀ ਹੈ, ਉਹਦੀ ਕੀਮਤ ਕੌਡੀ ਵੀ ਨਹੀਂ ਪੈਂਦੀ। ਪਰ ਦੂਜੇ ਪਾਸੇ ਜੇ ਕੰਚਨ ਭਾਵ ਸੋਨਾ, ਸੋਨੇ ਦਾ ਬਣਿਆ ਹੋਇਆ ਕੋਈ ਗਹਿਣਾ ਟੁੱਟ ਜਾਵੇ, ਕਦੀ ਨਹੀਂ ਅਸੀਂ ਇਹ ਕਹਿੰਦੇ ਕਿ ਇਹ ਤਾਂ ਗਹਿਣਾ ਹੁਣ ਟੁੱਟ ਗਿਆ, ਇਸ ਦੀ ਕੋਈ ਕੀਮਤ ਨਹੀਂ ਰਹੀ, ਕਿਉਂਕਿ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਸੋਨਾ ਭਾਵੇਂ ਟੁੱਟ ਜਾਵੇ, ਭਾਵੇਂ ਉਹ ਸਾਬਤ ਹੈ, ਉਹ ਗਹਿਣੇ ਦੇ ਆਕਾਰ ਦੇ ਵਿੱਚ ਹੈ ਜਾਂ ਉਹ ਨਿੱਕੇ ਨਿੱਕੇ ਟੁਕੜਿਆਂ ਦੇ ਆਕਾਰ ਦੇ ਵਿੱਚ ਹੈ, ਕੰਚਨ ਦੇ ਮੁੱਲ ਦੇ ਵਿੱਚ ਕਦੀ ਵੀ ਕਮੀ ਨਹੀਂ ਆਉਂਦੀ। ਸੋਨੇ ਦੀ ਕੀਮਤ ਕਦੀ ਨਹੀਂ ਘਟਦੀ, ਭਾਵੇਂ ਟੁੱਟ ਹੀ ਕਿਉਂ ਨਾ ਜਾਵੇ। ਗੁਰੂ ਸਾਹਿਬ ਕਹਿੰਦੇ ਜਦੋਂ ਗੁਰੂ ਦਾ ਸ਼ਬਦ ਹਿਰਦੇ ਦੇ ਵਿੱਚ ਨਹੀਂ ਵਸਿਆ, ਉਦੋਂ ਮਨੁੱਖ ਦਾ ਜੀਵਨ ਕੱਚ ਵਰਗਾ ਸੀ। ਇਹ ਭੱਟ ਸਾਹਿਬਾਨਾਂ ਦੇ ਬਚਨ ਨੇ, ਜਿਹੜੇ ਆਪਾਂ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਮਾਪਤੀ ਤੋਂ ਪਹਿਲਾਂ, ਸੰਪੂਰਨਤਾ ਤੋਂ ਪਹਿਲਾਂ, 9ਵੇਂ ਮਹੱਲੇ ਦੇ ਸ਼ਲੋਕ ਪੜ੍ਹਨ ਤੋਂ ਪਹਿਲਾਂ ਗੁਰੂ ਘਰ ਦੇ
ਗ੍ਰੰਥੀ ਸਿੰਘ ਇਹਨਾਂ ਸਵਈਆਂ ਦਾ ਜਾਪ ਕਰਦੇ ਨੇ। ਭੱਟ ਸਾਹਿਬਾਨ ਨੇ ਆਪਣੇ ਜੀਵਨ ਦੀ ਉਦਾਹਰਨ ਦਿੰਦਿਆਂ ਹੋਇਆਂ ਇਹ ਸਮਝਾਉਣਾ ਕੀਤਾ ਕਿ ਪਾਤਸ਼ਾਹ, ਜਦੋਂ ਤੇਰੇ ਚਰਨਾਂ ਦੇ ਵਿੱਚ ਨਹੀਂ ਆਏ ਸੀ ਉਦੋਂ ਸਾਡੇ ਜੀਵਨ ਕੱਚ ਵਰਗੇ ਸਨ, ਪਰ ਜਦੋਂ ਤੁਹਾਡੇ ਸ਼ਰਨ ਦੇ ਵਿੱਚ ਆ ਗਏ, ਤੁਹਾਡੇ ਕੋਲੋਂ ਗੁਰੂ ਦਾ ਉਪਦੇਸ਼ ਬਾਣੀ ਦੇ ਨਾਲ ਸਾਡੀ ਸਾਂਝ ਬਣੀ ਤੇ ਸਾਡਾ ਜੀਵਨ ਕੰਚਨ ਵਰਗਾ ਹੋ ਗਿਆ। ਹੁਣ ਗੱਲ ਗੁਰੂ ਸਵਾਰਿਓ ਸਮਝਣ ਵਾਲੀ ਹੈ। ਅਸੀਂ ਆਉਂਦੇ ਗੁਰੂ ਦੇ ਕੋਲੇ ਸਾਰੇ ਹਾਂ। ਗੁਰੂ ਦੇ ਚਰਨਾਂ ਦੇ ਵਿੱਚ ਵੱਖ-ਵੱਖ ਤਰੀਕਿਆਂ ਦੇ ਨਾਲ ਅਸੀਂ ਆਪਣੇ ਆਪ ਨੂੰ ਗੁਰੂ ਦੇ ਅੱਗੇ ਸਮਰਪਿਤ ਕਰਦੇ ਹਾਂ। ਕੋਈ ਧਨ ਦੇ ਨਾਲ, ਕੋਈ ਤਨ ਦੇ ਨਾਲ ਤੇ ਕੋਈ ਮਨ ਦੇ ਨਾਲ ਗੁਰੂ ਦੇ ਕੋਲੇ ਆਉਂਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ ਇਕੱਲੇ ਦਰਸ਼ਨ ਬਾਹਰ ਮੁਖੀ ਨਹੀਂ, ਇਕੱਲੇ ਦਰਸ਼ਨ ਇਹਨਾਂ ਅੱਖਾਂ ਦੇ ਨਾਲ ਕਰਨ ਦੇ ਨਾਲ ਨਹੀਂ। ਜਿੰਨੀ ਦੇਰ ਤੱਕ ਤੂੰ ਹਿਰਦੇ ਕਰਕੇ ਗੁਰੂ ਦੇ ਦਰਸ਼ਨ ਨਹੀਂ ਕਰਦਾ, ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਨਹੀਂ ਕਮਾਉਂਦਾ, ਓਨੀ ਦੇਰ ਤੱਕ ਜੀਵਨ ਦੇ ਵਿੱਚ ਤਬਦੀਲੀ ਨਹੀਂ ਆਵੇਗੀ। ਓਨੀ ਦੇਰ ਤੱਕ ਤੇਰੇ ਅੰਦਰ ਦੇ ਔਗਣ ਬਾਹਰ ਨਹੀਂ ਆਉਣਗੇ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਇਹ ਸਮਝਾਉਣਾ ਕੀਤਾ। ਪਾਤਸ਼ਾਹ ਜੀ ਦੇ ਬਚਨ ਹਨ, ਸੇਵਕ ਸਿੱਖ ਪੂਜਨ ਸਭ ਆਵੇਂ, ਸਭ ਗਾਵੇਂ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਹੁਣ ਗੱਲ ਮੰਨਣ ਦੀ ਹੈ। ਗੁਰੂ ਸਾਹਿਬ ਜੀ ਨੇ ਆਖਿਆ ਅਸਲ ਦੇ ਵਿੱਚ ਗਾਇਆ ਹੋਇਆ, ਸੁਣਿਆ ਹੋਇਆ ਉਹਨਾਂ ਦਾ ਥਾਂ ਪੈਂਦਾ ਏ। ਉਹਨਾਂ ਦੇ ਜੀਵਨ ਕੱਚ ਤੋਂ ਕੰਚਨ ਵਰਗੇ ਹੁੰਦੇ ਨੇ, ਜਿਨ੍ਹਾਂ ਨੇ ਗੁਰੂ ਦੀ ਗੱਲ ਨੂੰ ਮੰਨ ਲਿਆ, ਜਿਨ੍ਹਾਂ ਨੇ ਗੁਰੂ ਦੀ ਗੱਲ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲਿਆ। ਤੇ ਜੇ ਇੱਕ ਪਾਸੇ ਗੁਰੂ ਦੇ ਕੋਲੇ ਅਸੀਂ ਆਉਣ ਦਾ ਦਾਅਵਾ ਵੀ ਕਰੀਏ, ਗੁਰੂ ਦੇ ਚਰਨਾਂ ਦੇ ਵਿੱਚ ਆਉਣ ਦੀ ਅਸੀਂ ਹਾਜ਼ਰੀ ਵੀ ਭਰਨ ਦੀ ਗੱਲ ਕਰੀਏ, ਤੇ ਦੂਜੇ ਪਾਸੇ ਗੁਰੂ ਦੀ ਗੱਲ ਮੰਨੀਏ ਵੀ ਨਾ, ਗੁਰੂ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾਈਏ ਵੀ ਨਾ, ਤਾਂ ਇਹ ਤਾਂ ਬਿਲਕੁਲ ਇਸ ਤਰ੍ਹਾਂ ਹੋਵੇਗਾ ਜਿਵੇਂ ਇੱਕ ਪੁੱਤਰ ਆਪਣੇ ਮਾਂ-ਬਾਪ ਨੂੰ ਕਹੇ ਕਿ ਮੈਂ ਤੁਹਾਨੂੰ ਸੋਹਣੇ ਬਸਤਰ ਲੈ ਕੇ ਦੇਵਾਂਗਾ, ਤੁਹਾਡੇ ਰਹਿਣ ਦੇ ਵਾਸਤੇ ਸੋਹਣਾ ਇੰਤਜ਼ਾਮ ਕਰ ਦੇਵਾਂਗਾ, ਹਰ ਇੱਕ ਸੁੱਖ ਸਹੂਲਤ ਤੁਹਾਨੂੰ ਦੇਵਾਂਗਾ, ਪਰ ਮੈਂ ਤੁਹਾਡੀ ਗੱਲ ਨਹੀਂ ਮੰਨ ਸਕਦਾ। ਤੇ ਉਹ ਮਾਤਾ ਪਿਤਾ ਆਪਣੇ ਬੱਚੇ ਨੂੰ ਕਹਿੰਦੇ ਨੇ ਤੇਰੀਆਂ ਇਹਨਾਂ ਵਸਤੂਆਂ ਦੀ ਸਾਨੂੰ ਕੋਈ ਜ਼ਰੂਰਤ ਨਹੀਂ, ਜੇਕਰ ਤੂੰ ਸਾਡੀ ਗੱਲ ਨਹੀਂ ਮੰਨਣੀ। ਜੇ ਧੀਆਂ ਪੁੱਤਰ ਆਗਿਆਕਾਰ ਨੇ ਤੇ ਮਾਤਾ ਪਿਤਾ ਉਹਨਾਂ ਦੇ ਉੱਪਰ, ਆਪਣੇ ਧੀਆਂ ਪੁੱਤਰਾਂ ਦੇ ਉੱਪਰ, ਬੱਚਿਆਂ ਦੇ ਉੱਪਰ ਪ੍ਰਸੰਨਤ ਹੁੰਦੇ ਨੇ, ਪ੍ਰਸੰਨ ਹੁੰਦੇ ਨੇ, ਖੁਸ਼ ਹੁੰਦੇ ਨੇ। ਪਰ ਜਿਹੜੇ ਧੀਆਂ ਪੁੱਤਰ ਆਪਣੇ ਪਿਤਾ ਦੇ, ਆਪਣੇ ਮਾਤਾ ਦੇ ਆਗਿਆ ਦੇ ਵਿੱਚ ਨਹੀਂ, ਕਹਿਣੇ ਦੇ ਵਿੱਚ ਨਹੀਂ, ਉਹਨਾਂ ਨੂੰ ਕਦੇ ਵੀ ਮਾਂ ਬਾਪ ਦੇ ਕੋਲੋਂ ਸਤਿਕਾਰ ਨਹੀਂ ਮਿਲਦਾ। ਇਹ ਸਮਾਜਿਕ ਸੱਚਾਈ ਹੈ। ਇੱਥੋਂ ਤੱਕ ਕਿ ਜਿਹੜੇ ਧੀਆਂ ਪੁੱਤਰ ਆਗਿਆਕਾਰ ਨਾ ਹੋਣ, ਮਾਂ ਬਾਪ ਐਸੇ ਔਲਾਦ ਨੂੰ, ਐਸੇ ਬੱਚਿਆਂ ਨੂੰ ਆਪਣੀ ਚਲ ਤੇ ਅਚਲ ਜਾਇਦਾਦ ਤੋਂ ਵੀ ਬੇਦਖਲ ਕਰ ਦਿੰਦੇ ਨੇ। ਗੌਰ ਕਰਨਾ ਗੁਰੂ ਸਵਾਰਿਓ, ਗੁਰੂ ਸਾਹਿਬ ਜੀ ਨੇ ਵੀ ਸਾਨੂੰ ਇਹੀ ਗੱਲ ਸਮਝਾਈ ਹੈ। ਪਾਤਸ਼ਾਹ ਜੀ ਕਹਿੰਦੇ ਤੂੰ ਗੁਰੂ ਦੇ ਚਰਨਾਂ ਦੇ ਵਿੱਚ ਆ, ਗੁਰੂ ਦੇ ਕੋਲੇ ਆ, ਤੇਰਾ ਆਉਣਾ ਪ੍ਰਵਾਨ ਹੈ। ਪਰ ਇਸ ਤੋਂ ਅਗਲੀ ਗੱਲ ਇਹ ਕਿ ਜਿੰਨੀ ਦੇਰ ਤੱਕ ਤੂੰ ਗੁਰੂ ਦੀ ਗੱਲ ਨਹੀਂ ਮੰਨਦਾ, ਓਨੀ ਦੇਰ ਤੱਕ ਤੇਰੇ ਬਾਹਰੋਂ ਦਰਸ਼ਨ ਕੀਤੇ, ਤੇਰੇ ਬਾਹਰ ਮੁਖੀ ਨੇਤਰਾਂ ਦੇ ਨਾਲ ਗੁਰੂ ਨੂੰ ਦੇਖਿਆ ਹੋਇਆ ਪ੍ਰਵਾਨ ਨਹੀਂ। ਇਤਿਹਾਸ ਦੇ ਵਿੱਚੋਂ ਇੱਕ ਉਦਾਹਰਨ ਲੈ ਲਈਏ। ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਉਹਨਾਂ ਦੇ ਪਿਤਾ ਮਹਿਤਾ ਕਲਿਆਣ ਦਾਸ ਜੀ, ਜਿਹਨੂੰ ਅਸੀਂ ਮਹਿਤਾ ਕਾਲੂ ਜੀ ਵੀ ਕਹਿੰਦੇ ਹਾਂ, ਦਰਸ਼ਨ ਉਹ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਕਰਦੇ ਨੇ ਤੇ ਦਰਸ਼ਨ ਭੈਣ ਨਾਨਕੀ ਵੀ ਕਰਦੀ ਹੈ। ਪਿਤਾ ਕਾਲੂ ਦੇ ਕੀਤੇ ਹੋਏ ਦਰਸ਼ਨ ਗੁਰੂ ਨਾਨਕ ਦੇਵ ਤੱਕ ਇਸ ਤਰ੍ਹਾਂ ਨੇ ਜਿਵੇਂ ਇੱਕ ਬਾਪ ਤੇ ਪੁੱਤਰ ਦਾ ਰਿਸ਼ਤਾ ਹੈ। ਉਹ ਇਹ ਸਮਝਦੇ ਨੇ ਕਿ ਮੈਂ ਨਾਨਕ ਨੂੰ ਵੱਧ ਤੋਂ ਵੱਧ ਵਿਦਿਆ ਪੜ੍ਹਾਵਾਂ, ਹਿਸਾਬ ਕਿਤਾਬ ਇਹਨੂੰ ਆ ਜਾਵੇ,
ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਨੌਕਰੀ ਮੈਂ ਪਟਵਾਰੀ ਦੀ ਕਰਦਾ ਹਾਂ, ਇਹ ਜ਼ਿੰਮੇਵਾਰੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਵੀ ਸੰਭਾਲਣ ਦੇ ਯੋਗ ਹੋ ਜਾਣ। ਪਰ ਦੂਜੇ ਪਾਸੇ ਭੈਣ ਨਾਨਕੀ ਹੈ। ਭਾਵੇਂ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ 5 ਸਾਲ ਵੱਡੇ ਨੇ, ਪਰ ਫਿਰ ਵੀ ਉਹਨਾਂ ਦੇ ਮਨ ਦੇ ਵਿੱਚ, ਉਹਨਾਂ ਦੇ ਹਿਰਦੇ ਦੇ ਅੰਦਰ ਇਕੱਲਾ ਇਹ ਨਹੀਂ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਆਪਣੇ ਭਰਾ ਹੋਣ ਤੱਕ ਹੀ ਸੀਮਤ ਰੱਖਣ। ਨਹੀਂ, ਉਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਇਸ ਭਾਵਨਾ ਦੇ ਨਾਲ ਕਰਦੇ ਨੇ ਕਿ ਮੇਰਾ ਇਹ ਭਰਾ ਨਹੀਂ, ਇਹ ਮੇਰਾ ਮੁਰਸ਼ਿਦ ਹੈ, ਇਹ ਮੇਰਾ ਗੁਰੂ ਹੈ। ਇਹਦੇ ਕੋਲੋਂ ਜੋ ਗਿਆਨ, ਜੋ ਗੁਰੂ ਦਾ ਸ਼ਬਦ ਜੀਵਨ ਨੂੰ ਅਗਵਾਈ ਦੇਣ ਵਾਲਾ ਹੈ, ਇਹ ਦਾਤ ਮੈਨੂੰ ਆਪਣੇ ਵੀਰ ਤੋਂ, ਆਪਣੇ ਭਰਾ ਤੋਂ ਮਿਲੀ। ਰਿਸ਼ਤਾ ਭੈਣ ਭਰਾਵਾਂ ਦਾ ਏ, ਪਰ ਭੈਣ ਨਾਨਕੀ ਦਰਸ਼ਨ ਕਰਦੀ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਇੱਕ ਗੁਰੂ ਦੇ ਨਾਂ ਤੇ। ਇੱਕ ਚੇਲੇ ਤੇ ਇੱਕ ਗੁਰੂ ਦਾ ਨਾਤਾ ਹੈ, ਇੱਕ ਸਿੱਖ ਤੇ ਗੁਰੂ ਦਾ ਨਾਤਾ ਹੈ ਭੈਣ ਨਾਨਕੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ। ਜਦੋਂ 5ਵੇਂ ਪਾਤਸ਼ਾਹ ਜੀ ਦੀ ਗੱਲ ਕਰਦੇ ਹਾਂ, ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਨੇ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਗੱਦੀ ਦੇ ਉੱਪਰ ਸੁਭਾਏ ਮਾਨ ਵੀ ਹੋ ਜਾਂਦੇ ਨੇ, ਸਮੁੱਚੇ ਸਿੱਖ ਪੰਥ ਦੀ ਅਗਵਾਈ ਕਰਦੇ ਨੇ। ਪਰ ਇਸੇ ਘਰ ਦੇ ਅੰਦਰ ਪ੍ਰਿਥੀ ਚੰਦ ਵੀ ਹੈ। ਉਹ ਪ੍ਰਿਥੀ ਚੰਦ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪੁੱਤਰ ਹੈ ਔਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਪੈਦਾ ਹੋਣ ਦੇ ਬਾਵਜੂਦ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਭਰਾ ਹੋਣ ਦੇ ਬਾਵਜੂਦ ਵੀ ਉਹਦੇ ਹਿਰਦੇ ਦੇ ਅੰਦਰ ਗੁਰੂ ਨੂੰ ਪ੍ਰਾਪਤ ਕਰਨ ਵਾਲੀ ਤੇ ਬਾਣੀ ਨੂੰ ਸਮਝਣ ਵਾਲੀ ਭਾਵਨਾ ਪੈਦਾ ਨਹੀਂ ਹੋਈ। ਇਹ ਹੈ ਗੁਰੂ ਦੇ ਦਰਸ਼ਨ ਕਰਨ ਦਾ ਭਾਵ ਕਿ ਸਾਡਾ ਨਜ਼ਰੀਆ ਕਿਹੋ ਜਿਹਾ ਹੈ, ਅਸੀਂ ਗੁਰੂ ਨੂੰ ਕਿਸ ਤਰੀਕੇ ਦੇ ਨਾਲ, ਕਿਸ ਭਾਵਨਾ ਦੇ ਨਾਲ ਆਪਣੇ ਹਿਰਦੇ ਦੇ ਅੰਦਰ ਵਸਾਉਂਦੇ ਹਾਂ, ਕਿਵੇਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਸਾਡੇ ਜੀਵਨ ਦੀ ਅਗਵਾਈ ਕਰਨ ਵਾਲੀ ਏ। ਇਸ ਗੁਰਬਾਣੀ ਨੂੰ ਜਦੋਂ ਅਸੀਂ ਹਿਰਦੇ ਕਰਕੇ ਜੀਵਨ ਦੇ ਅੰਦਰ ਵਸਾਵਾਂਗੇ ਤਾਂ ਪਾਤਸ਼ਾਹ ਜੀ ਕਹਿੰਦੇ ਇਹ ਗੁਰਬਾਣੀ ਤੇਰੀ ਮਤ ਨੂੰ, ਤੇਰੀ ਬੁੱਧ ਨੂੰ, ਤੇਰੀ ਅਕਲ ਨੂੰ ਘੜ ਦੇਵੇਗੀ, ਤੇਰੀ ਵਿਵੇਕ ਬੁੱਧ ਬਣ ਜਾਵੇਗੀ, ਤੈਨੂੰ ਚੰਗੇ ਤੇ ਮੰਦੇ ਦੀ ਸਮਝ ਪੈ ਜਾਵੇਗੀ। ਪਰ ਜੇ ਤੂੰ ਗੁਰਬਾਣੀ ਦੇ ਨਾਲ, ਗੁਰੂ ਦੇ ਸ਼ਬਦ ਦੇ ਨਾਲ ਜੁੜੇਗਾ ਤਾਂ ਇਹ ਤਬਦੀਲੀ ਆਵੇਗੀ। ਭੱਟ ਸਾਹਿਬਾਨ ਜਦੋਂ ਗੁਰੂ ਸਾਹਿਬ ਜੀ ਦੇ ਕੋਲੇ ਨਹੀਂ ਆਏ ਤਾਂ ਉਹਨਾਂ ਨੇ ਆਪਣੇ ਮੂੰਹੋਂ, ਆਪਣੇ ਸ਼ਬਦਾਂ ਦੇ ਰਾਹੀਂ ਗੁਰੂ ਸਾਹਿਬ ਤੋਂ ਪਹਿਲਾਂ ਦੀ ਗੱਲ ਕੀਤੀ ਤੇ ਉਹਨਾਂ ਨੇ ਆਖਿਆ ਕਿ ਪਾਤਸ਼ਾਹ ਜਦੋਂ ਤੇਰੇ ਚਰਨਾਂ ਦੇ ਵਿੱਚ ਨਹੀਂ ਆਏ ਸਾਂ, ਉਦੋਂ ਬੜਿਆਂ ਸੰਨਿਆਸੀਆਂ ਦੇ ਕੋਲ, ਬੜੇ ਸਿੱਧ ਪੁਰਸ਼ਾਂ ਦੇ ਕੋਲ ਅਸੀਂ ਗਏ, ਪਰ ਉਹਨਾਂ ਦਾ ਜੀਵਨ ਬਾਹਰੋਂ ਕੁਝ ਹੋਰ ਸੀ ਤੇ ਅੰਦਰ ਉਹਨਾਂ ਦਾ ਹਿਰਦਾ ਕੁਝ ਹੋਰ ਸੀ। ਪਰ ਕਿਤਿਓਂ ਵੀ ਸਾਨੂੰ ਅੰਦਰ ਦੀ ਸ਼ਾਂਤੀ, ਅੰਦਰ ਦਾ ਟਿਕਾ, ਅੰਦਰ ਦਾ ਸਕੂਨ ਨਾ ਮਿਲਿਆ। ਜਿਹੜੀ ਦਾਤ ਤੁਹਾਡੇ ਘਰ ਦੇ ਵਿੱਚੋਂ ਆ ਕੇ, ਤੁਹਾਡੇ ਚਰਨਾਂ ਦੇ ਵਿੱਚੋਂ ਆ ਕੇ ਪ੍ਰਾਪਤ ਹੋਈ ਹੈ, ਇਸ ਦਾਤ ਦੇ ਕਰਕੇ ਸਾਡਾ ਜੀਵਨ ਤਬਦੀਲ ਹੋ ਗਿਆ। ਕਿਹੋ ਜਿਹਾ ਹੋ ਗਿਆ? ਕੱਚੋਂ ਕੰਚਨ ਭਇਓ, ਸ਼ਬਦ ਗੁਰ ਸ਼ਰਵਨੇ ਸੁਣਿਓ। ਧਿਆਨ ਦੇਣਾ ਗੁਰੂ ਸਵਾਰਿਓ, ਭੱਟ ਸਾਹਿਬਾਨ ਕਹਿੰਦੇ ਇਕੱਲੇ ਬਾਹਰੋਂ ਦਰਸ਼ਨ ਕਰਨ ਦੇ ਨਾਲ ਨਹੀਂ, ਸ਼ਬਦ ਗੁਰ ਸ਼ਰਵਨੇ ਸੁਣਿਓ। ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਗਿਆਨ ਨੂੰ ਜਦੋਂ ਅਸੀਂ ਆਪਣੇ ਇਹਨਾਂ ਕੰਨਾਂ ਦੇ ਨਾਲ ਸੁਣਿਆ, ਹਿਰਦੇ ਦੇ ਵਿੱਚ ਵਸਾਇਆ, ਤਾਂ ਸਾਡਾ ਜੀਵਨ ਕੱਚ ਤੋਂ ਕੰਚਨ ਵਰਗਾ ਹੋ ਗਿਆ, ਇੱਕ ਸੀਸੇ ਤੋਂ ਸੋਨੇ ਵਰਗਾ ਹੋ ਗਿਆ। ਜਿਹੜਾ ਜੀਵਨ ਲੋਕਾਂ ਦੇ ਨਾਲ ਧੋਖੇ ਕਰਦਾ ਸੀ, ਜਿਸ ਜੀਵਨ ਦੇ ਕਰਕੇ ਸਾਡੇ ਜੀਵਨ ਦੇ ਵਿੱਚ ਜ਼ਿੰਦਗੀ ਦੇ ਅੰਦਰ ਦੁੱਖ ਹੀ ਦੁੱਖ ਸਨ, ਜਦੋਂ ਗੁਰੂ ਦੇ ਗਿਆਨ ਦੀ ਸਮਝ ਪਈ, ਅੰਦਰ ਗਿਆਨ ਦਾ ਪ੍ਰਕਾਸ਼ ਹੋਇਆ, ਹੁਣ ਉਹੀ ਜੀਵਨ
ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ। ਜਦੋਂ ਗੁਰੂ ਦਾ ਸ਼ਬਦ ਨਹੀਂ ਸੀ ਹਿਰਦੇ ਦੇ ਅੰਦਰ, ਉਦੋਂ ਸੋਚ ਕੇਵਲ ਤੇ ਕੇਵਲ ਆਪਣੇ ਆਪ ਤੱਕ ਸੀਮਤ ਸੀ। ਪਰ ਜਦੋਂ ਗੁਰੂ ਦੇ ਗਿਆਨ ਦੁਆਰਾ ਇਹ ਸਮਝਿਆ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਜਦੋਂ ਇਸ ਗੱਲ ਦੀ ਸਮਝ ਪਈ ਤਾਂ ਹੁਣ ਪਤਾ ਲੱਗ ਗਿਆ, ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਪਰ ਕਦੋਂ ਸਮਝ ਪਈ? ਉਦੋਂ ਸਮਝ ਪਈ ਜਦੋਂ ਗੁਰੂ ਦੇ ਗਿਆਨ ਦੇ ਨਾਲ ਸਾਡਾ ਸੰਬੰਧ ਜੁੜ ਗਿਆ। ਉਦੋਂ ਪਤਾ ਲੱਗਿਆ ਜਦੋਂ ਗੁਰੂ ਦੇ ਇਤਿਹਾਸ ਨੂੰ, ਗੁਰੂ ਦੇ ਜੀਵਨ ਨੂੰ ਪੜ੍ਹਿਆ, ਗੁਰਬਾਣੀ ਨੂੰ ਹਿਰਦੇ ਦੇ ਅੰਦਰ ਧਾਰਨ ਕੀਤਾ, ਉਦੋਂ ਪਤਾ ਲੱਗਿਆ ਕਿ ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਦੇ ਅੰਦਰ ਇੰਨੀਆਂ ਵੱਡੀਆਂ ਕੁਰਬਾਨੀਆਂ ਕਿਵੇਂ ਕੀਤੀਆਂ। ਆ ਪਿਛਲਾ ਸਮਾਂ ਜੋ ਅਸੀਂ ਪਿਛਲੇ ਦਿਨੀ ਸ਼ਹੀਦੀ ਜੋੜ ਮੇਲੇ ਮਨਾ ਕੇ ਹਟੇ ਹਾਂ, ਛੋਟੇ ਸਾਹਿਬਜ਼ਾਦਿਆਂ ਦਾ, ਵੱਡੇ ਸਾਹਿਬਜ਼ਾਦਿਆਂ ਦਾ, ਮਾਤਾ ਗੁਜਰ ਕੌਰ ਜੀ ਅਤੇ ਹੋਰ ਬੇਅੰਤ ਗੁਰੂ ਕੇ ਲਾਲ ਪਾਤਸ਼ਾਹ ਜੀ ਦੇ ਸਿੱਖ, ਜਿਨ੍ਹਾਂ ਨੇ ਅਨੰਦਪੁਰ ਸਾਹਿਬ ਦੇ ਵਿੱਚ ਸਰਸਾ ਨਦੀ ਦੇ ਕਿਨਾਰੇ, ਸਰਸਾ ਦੇ ਪਾਣੀ ਦੇ ਵਿੱਚ, ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਸ਼ਹਾਦਤਾਂ ਦੇ ਜਾਮ ਪੀਤੇ। ਪਰ ਉਹ ਦਾਤ ਕਿੱਥੋਂ ਪ੍ਰਾਪਤ ਹੋਈ? ਇੱਥੇ ਸਾਡੇ ਪਰਿਵਾਰ ਦੇ ਅੰਦਰ, ਸਾਡੇ ਘਰਾਂ ਦੇ ਅੰਦਰ ਛੋਟੀ ਜੀ ਮੁਸ਼ਕਲ ਆ ਪਵੇ ਤੇ ਸਾਨੂੰ ਦੁਨੀਆ ਦੇ ਵਿੱਚ ਇਸ ਤਰ੍ਹਾਂ ਪ੍ਰਤੀਤ ਹੁੰਦਾ ਏ ਕਿ ਸਾਰੇ ਦੁਨੀਆ ਦੇ ਦੁੱਖ ਸਾਡੇ ਘਰ ਦੇ ਵਿੱਚ ਆ ਗਏ। ਪਰ ਕਲਗੀਆਂ ਵਾਲਾ ਪਾਤਸ਼ਾਹ ਆਪਣਾ ਸਰਬੰਸ ਕੁਰਬਾਨ ਕਰ ਗਿਆ, ਆਪਣੇ ਪੁੱਤਰ ਸਾਡੇ ਤੋਂ ਨਿਸ਼ਾਵਰ ਕਰ ਗਿਆ, ਆਪਣਾ ਸਭ ਕੁਝ ਵਾਰ ਕੇ ਵੀ ਉਸ ਮਾਲਕ ਦੇ ਅੱਗੇ ਅਰਦਾਸ ਕਰਦਾ ਹੈ ਕਿ ਦਾਤਿਆ, ਇਹ ਤੇਰੀਆਂ ਦਾਤਾਂ ਸਨ ਤੇ ਮੈਂ ਕਿਸ਼ਤਾਂ ਦੇ ਵਿੱਚ ਇਹ ਕਰਜ਼ਾ ਜੋ ਹੈ ਉਹ ਅਦਾ ਕੀਤਾ ਏ। ਇਹ ਅੰਦਰ ਦੀ ਬਖਸ਼ਿਸ਼ ਕਿੱਥੋਂ ਪ੍ਰਾਪਤ ਹੋਈ? ਇਹ ਗੁਰੂ ਦੇ ਸ਼ਬਦ ਦੇ ਵਿੱਚੋਂ ਪ੍ਰਾਪਤ ਹੋਈ ਹੈ। ਕਿਉਂਕਿ ਇਸ ਘਰ ਦਾ ਸਿਧਾਂਤ ਹੀ ਇਹ ਹੈ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਦੁਨੀਆ ਦੇ ਅੰਦਰ ਬੜੇ ਧਰਮ ਨੇ, ਹਰ ਇੱਕ ਧਰਮ ਦੀ ਆਪਣੀ ਮਰਿਆਦਾ ਹੈ, ਹਰ ਇੱਕ ਧਰਮ ਆਪਣੇ ਆਪ ਦੇ ਵਿੱਚ ਮਹਾਨ ਹੈ। ਗੁਰੂ ਕੀ ਬਾਣੀ ਕਿਸੇ ਦਾ ਵੀ ਵਿਰੋਧ ਨਹੀਂ ਕਰਦੀ ਤੇ ਨਾ ਹੀ ਗੁਰੂ ਕਾ ਸਿੱਖ ਕਿਸੇ ਦਾ ਵਿਰੋਧ ਕਰਦਾ ਹੈ। ਪਰ ਜਿਹੜੀ ਦਾਤ ਗੁਰੂ ਸਾਹਿਬ ਜੀ ਨੇ ਸਾਨੂੰ ਦ੍ਰਿੜ ਕਰਵਾਈ, ਪਾਤਸ਼ਾਹ ਜੀ ਕਹਿੰਦੇ ਇਹ ਜੀਵਨ ਦੇ ਅੰਦਰ ਤਬਦੀਲੀ ਤਾਂ ਆਈ ਸੀ। ਜਿਹੜੇ ਆਮ ਲੋਕ ਮੈਦਾਨੇ ਜੰਗ ਦੇ ਵਿੱਚ ਸਿੱਖ ਸ਼ਹੀਦ ਹੋਏ, ਉਹਨਾਂ ਦੇ ਉੱਪਰ ਬਖਸ਼ਿਸ਼ ਤਾਂ ਵਾਪਰੀ ਕਿਉਂਕਿ ਉਹ ਗੁਰਬਾਣੀ ਦੇ ਨਾਲ ਜੁੜੇ ਹੋਏ ਸਨ। ਉਹਨਾਂ ਦੇ ਹਿਰਦੇ ਦੇ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਚੱਲਦੀ ਸੀ। ਅੱਜ ਵੀ ਆਪਾਂ ਦੇਖਦੇ ਹਾਂ ਗੁਰੂ ਸਵਾਰਿਓ, ਇੱਕ ਪਲ ਵਾਸਤੇ ਮੈਂ ਵਿਚਾਰ ਸਾਂਝੀ ਕਰਾਂ। ਅੱਜ ਜਿਹੜੇ ਹਾਲਾਤ ਆਪਾਂ ਦੇਖਦੇ ਹਾਂ, ਪਿਛਲੇ ਕਈ ਮਹੀਨਿਆਂ ਤੋਂ ਸਾਡੇ ਪਿੰਡਾਂ ਦੇ ਵਿੱਚੋਂ, ਦੂਰ ਦੁਰਾੜਿਆਂ ਤੋਂ ਕਿਸਾਨ ਵੀਰ ਆਪਣੇ ਹੱਕਾਂ ਦੀ ਖਾਤਰ ਇੰਨੀ ਕੜਕਵੀਂ ਠੰਡ ਦੇ ਵਿੱਚ ਦਿੱਲੀ ਦੀਆਂ ਸੜਕਾਂ ਦੇ ਉੱਪਰ ਬੈਠੇ ਹੋਏ ਨੇ। ਅੱਜ ਦੁਨੀਆ ਦੇ ਅੰਦਰ ਕੋਈ ਵੀ ਐਸਾ ਵਿਰਲਾ ਮਨੁੱਖ ਹੋਵੇਗਾ ਜਿਹੜਾ ਇਸ ਸੰਘਰਸ਼ ਨੂੰ, ਇਸ ਅੰਦੋਲਨ ਨੂੰ ਦੇਖ ਕੇ, ਇਸ ਨੂੰ ਸਮਝ ਕੇ, ਜਿਹਦੇ ਹਿਰਦੇ ਦੇ ਵਿੱਚੋਂ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਉਹ ਦਾਤ, ਖੰਡੇ ਬਾਟੇ ਦੀ ਪੌਲ ਦੀ ਗੱਲ ਨਾ ਹੁੰਦੀ ਹੋਵੇ, ਉਹ ਸ਼ੁਕਰਾਨਾ ਕਰਦਾ ਹੈ ਕਿ ਪਾਤਸ਼ਾਹ ਇਹ ਐਸੀ ਕੌਮ ਜਿਹਨੂੰ ਇਹੋ ਜਿਹਾ ਜਜ਼ਬਾ ਦਿੱਤਾ, ਇਹੋ ਜੀ ਅੰਦਰ ਦੀ એનર્ਜੀ ਦਿੱਤੀ, ਇਹੋ ਜੀ ਤਾਕਤ ਦਿੱਤੀ, ਜਿਹੜੇ ਆਪਣੇ ਦ੍ਰਿੜ ਇਰਾਦੇ ਦੇ ਨਾਲ, ਆਪਣੇ ਸਿਰੜ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਆਪਣਾ ਲੋਹਾ ਮਨਵਾ ਚੁੱਕੇ ਨੇ। ਅੱਜ ਜਿਹੜੇ ਲੋਕਾਂ ਨੂੰ ਨਹੀਂ ਵੀ ਸੀ ਪਤਾ,
ਉਹ ਵੀ ਅੱਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸੀਸ ਨਵਾਉਂਦਿਆਂ ਹੋਇਆਂ ਇਹ ਕਹਿੰਦੇ ਨੇ, ਪਾਤਸ਼ਾਹ ਧੰਨ ਹੈ ਤੂੰ, ਧੰਨ ਤੇਰੀ ਸਿੱਖੀ ਤੇ ਧੰਨ ਨੇ ਤੇਰੇ ਸਿੱਖ। ਇਹ ਉਹ ਗੁਰੂ ਕੇ ਸਿੱਖ ਨੇ ਜਿਨ੍ਹਾਂ ਨੇ ਗੁਰਬਾਣੀ ਨੂੰ ਆਪਣੇ ਜੀਵਨ ਦੇ ਅੰਦਰ ਵਸਾਇਆ ਹੈ। ਆਪਣੇ ਵਿਸ਼ੇ ਵੱਲੇ ਆਈਏ। ਭੱਟ ਸਾਹਿਬਾਨ ਕਹਿੰਦੇ ਹਨ ਕਿ ਪਾਤਸ਼ਾਹ ਜਦੋਂ ਤੇਰੇ ਕੋਲੇ ਨਹੀਂ ਸਾਂ, ਤੇਰੀ ਦਾਤ ਪ੍ਰਾਪਤ ਨਹੀਂ ਕੀਤੀ, ਉਦੋਂ ਸਾਡਾ ਜੀਵਨ ਕੱਚ ਵਰਗਾ ਸੀ, ਹੁਣ ਕੰਚਨ ਵਰਗੇ ਹੋ ਗਏ। ਅਗਲਾ ਬਚਨ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਬਿਖ ਕਹਿੰਦੇ ਨੇ ਜ਼ਹਿਰ ਨੂੰ, ਵਿਸ਼ ਨੂੰ। ਪਾਤਸ਼ਾਹ ਜੀ ਸਾਡਾ ਜੀਵਨ ਵਿਸ਼ੇ ਵਿਕਾਰਾਂ ਦੇ ਵਿੱਚ ਜ਼ਹਿਰ ਵਰਗਾ ਬਣ ਚੁੱਕਿਆ ਸੀ, ਕਿਉਂਕਿ ਗੁਰੂ ਸਵਾਰਿਓ ਭਾਵੇਂ ਕਿ ਸਤਿਗੁਰੂ ਨੇ ਬਾਣੀ ਦੇ ਵਿੱਚ ਸਾਨੂੰ ਇਹ ਸਮਝਾਇਆ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸਾਡਾ ਜਿਹੜਾ ਸੰਬੰਧ ਹੈ ਉਹ ਇੱਕ ਅਕਾਲ ਪੁਰਖ ਦੇ ਨਾਲ ਹੈ। ਇੱਕ ਅਕਾਲ ਪੁਰਖ ਦੀ ਹੀ ਅੰਸ਼ ਹੈ ਕਿ ਜੀਵ ਇਸ ਸੰਸਾਰ ਦੇ ਵਿੱਚ ਪੈਦਾ ਹੋਇਆ, ਉਹਦੇ ਗਿਆਨ ਦੁਆਰਾ, ਉਹਦੀ ਜੋਤ ਦੁਆਰਾ ਇਹਦੇ ਅੰਦਰ ਹਰ ਤਰ੍ਹਾਂ ਦੀ ਹਰਕਤ ਹੁੰਦੀ ਹੈ। ਅਸੀਂ ਚੱਲਦੇ ਹਾਂ, ਫਿਰਦੇ ਹਾਂ, ਬੋਲਦੇ ਹਾਂ, ਦੇਖਦੇ ਹਾਂ, ਇਹ ਸਭ ਕੁਝ ਉਸ ਮਾਲਕ ਪ੍ਰਭੂ ਪਰਮਾਤਮਾ ਦੀ ਜੋਤ ਦੇ ਕਰਕੇ ਹੈ। ਜਿਵੇਂ ਆਪਾਂ ਦੇਖਦੇ ਹਾਂ ਸਾਹਮਣੇ ਇਹ ਬਲਬ ਜਗ ਰਿਹਾ ਹੈ, ਪਰ ਬਲਬ ਦੀ ਆਪਣੀ ਕੋਈ ਪਾਇਆ ਨਹੀਂ। ਆਪਾਂ ਸਾਰੇ ਹੀ ਜਾਣਦੇ ਹਾਂ ਇਹਦੀ ਆਪਣੀ ਕੋਈ ਪਾਇਆ ਨਹੀਂ। ਜਦੋਂ ਹੀ ਇਹਨੂੰ ਪਾਵਰ ਮਿਲਣੀ ਬੰਦ ਹੋ ਜਾਵੇਗੀ, ਕਰੰਟ ਮਿਲਣਾ ਬੰਦ ਹੋ ਜਾਵੇਗਾ, ਇਹ ਉਸੇ ਵੇਲੇ ਹੀ ਪ੍ਰਕਾਸ਼ ਦੇਣਾ ਬੰਦ ਕਰ ਦੇਵੇਗਾ। ਇਸੇ ਤਰ੍ਹਾਂ ਹੀ ਮਨੁੱਖ ਹੈ। ਮਨੁੱਖ ਉਤਨੀ ਦੇਰ ਹੈ ਜਿਤਨੀ ਦੇਰ ਤੱਕ ਅੰਦਰ ਗੁਰੂ ਦੀ ਜੋਤ ਹੈ, ਪਰਮਾਤਮਾ ਦੀ ਅੰਸ਼ ਹੈ। ਜਦੋਂ ਉਹ ਪੰਖੇਰੂ ਉੱਡ ਜਾਵੇ ਤਾਂ ਉਦੋਂ ਇਹ ਮਨੁੱਖ ਡੈੱਡ ਹੋ ਜਾਂਦਾ ਹੈ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਇਹ ਖਤਮ ਹੋ ਗਿਆ ਜਾਂ ਪੂਰਾ ਹੋ ਗਿਆ, ਕੋਈ ਵੀ ਸ਼ਬਦ ਵਰਤਦੇ ਹਾਂ। ਗੁਰੂ ਸਾਹਿਬ ਜੀ ਨੇ ਸਾਨੂੰ ਇਹੀ ਸਮਝਾਇਆ ਹੈ ਕਿ ਭਾਵੇਂ ਮਨੁੱਖ ਦਾ ਸੰਬੰਧ ਪਰਮਾਤਮਾ ਦੇ ਨਾਲ, ਇਸ ਹਿਰਦੇ ਦੇ ਅੰਦਰ ਸਾਡੇ ਪਰਮਾਤਮਾ ਵਸਦਾ ਏ, ਪਰ ਗੁਰੂ ਸਾਹਿਬ ਜੀ ਨੇ ਸਾਨੂੰ ਗੁਰਬਾਣੀ ਦੇ ਅੰਦਰ ਇਹ ਸਿਧਾਂਤ ਬਖਸ਼ਿਸ਼ ਕੀਤਾ ਕਿ ਹੈ ਤਾਂ ਇਹ ਪਰਮਾਤਮਾ ਦੀ ਹੀ ਅੰਸ਼, ਹੈ ਤਾਂ ਇਹ ਪਰਮਾਤਮਾ ਦਾ ਹੀ ਰੂਪ, ਪਰ ਇਸ ਦੇ ਮਨੁੱਖ ਦੇ ਜੀਵਨ ਦੇ ਅੰਦਰ ਇਤਨੇ ਕੁ ਇਸ ਨੇ ਗੁਨਾਹ ਕਰ ਲਏ, ਇਤਨੀਆਂ ਕੁ ਜੀਵਨ ਦੇ ਅੰਦਰ ਊਣਤਾਈਆਂ ਆ ਗਈਆਂ ਕਿ ਇਹਦੇ ਹਿਰਦੇ ਦੇ ਵਿੱਚ ਵਸਦਾ ਹੋਇਆ ਪਰਮਾਤਮਾ ਵੀ ਇਹਨੂੰ ਦਿਖਾਈ ਨਹੀਂ ਦਿੰਦਾ। ਕਿਵੇਂ? ਇੱਕ ਉਦਾਹਰਨ ਆਪ ਜੀ ਦੇ ਨਾਲ ਸਾਂਝੀ ਕਰਾਂ। ਅੱਜ ਤਾਂ ਸਾਡੇ ਘਰਾਂ ਦੇ ਵਿੱਚ ਇਨਵੇਟਰ ਦਾ ਪ੍ਰਬੰਧ ਹੈ, ਐਮਰਜੈਂਸੀ ਟਾਰਚ ਦਾ ਪ੍ਰਬੰਧ ਅਸੀਂ ਕਰ ਲੈਂਦੇ ਹਾਂ। ਪੁਰਾਤਨ ਸਮੇਂ ਦੇ ਅੰਦਰ ਸਾਡੇ ਕੋਲੇ ਪ੍ਰਕਾਸ਼ ਕਰਨ ਦਾ ਇੱਕੋ ਹੀ ਇੱਕ ਤਰੀਕਾ ਸੀ, ਦੀਵਾ ਜਗਾ ਲੈਣਾ, ਜਾਂ ਥੋੜ੍ਹੀ ਜਿਹੀ ਤਰੱਕੀ ਹੋਰ ਹੋਈ ਤੇ ਲਾਲਟੈਨ ਇੱਕ ਜਗਾਈ ਜਾਂਦੀ ਸੀ, ਜਿਸ ਦੇ ਵਿੱਚ ਮਿੱਟੀ ਦਾ ਤੇਲ ਪਾ ਕੇ ਇੱਕ ਬੱਤੀ ਪਾ ਦੇਣੀ ਤੇ ਉਹ ਸਾਰੀ ਰਾਤ ਉਹ ਲਾਲਟੈਨ ਜਗਦੀ ਰਹਿੰਦੀ ਸੀ। ਜਦੋਂ ਉਹ ਲਾਲਟੈਨ ਜਗਣੀ, ਉਹਦੇ 4 ਚੁਫੇਰੇ ਸ਼ੀਸ਼ੇ ਦੀ ਚਿਮਨੀ ਬਣੀ ਹੁੰਦੀ ਸੀ। ਅੱਜ ਵੀ ਤੁਸੀਂ ਨੈੱਟ 'ਤੇ ਜਾਂ ਵੈਸੇ ਵੀ ਕਈਆਂ ਘਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਪੁਰਾਣੀਆਂ ਬਜ਼ੁਰਗ ਮਾਤਾਵਾਂ ਨੇ ਇਹੋ ਜਿਹੀਆਂ ਯਾਦਗਾਰਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਪਰ ਉਹਦੀ ਇੱਕ ਖਾਸ ਉਸ ਦਾ ਧਿਆਨ ਰੱਖਣਾ ਪੈਂਦਾ ਸੀ ਕਿ ਇੱਕ ਦਿਨ ਉਸ ਲਾਲਟੈਨ ਨੂੰ ਜਗਾਇਆ ਤੇ 2 ਦਿਨ 3 ਦਿਨ ਜਗਾਉਣ ਤੋਂ ਬਾਅਦ ਉਹਦੀ ਜਿਹੜੀ ਸ਼ੀਸ਼ੇ ਵਾਲੀ ਚਿਮਨੀ ਹੈ, 4 ਚੁਫੇਰੇ ਲੱਗਿਆ ਹੋਇਆ ਲਾਈਟ ਦੇ ਜੋ ਸ਼ੀਸ਼ਾ ਹੈ, ਉਹਨੂੰ ਖੋਲ੍ਹ ਕੇ ਚੰਗੀ ਤਰ੍ਹਾਂ ਸਾਫ਼ ਕਰਨਾ ਪੈਂਦਾ ਸੀ। ਕਿਉਂ? ਕਿਉਂਕਿ ਜੇ ਉਹਦਾ ਸ਼ੀਸ਼ਾ ਧੂਏਂ ਦੇ ਨਾਲ ਕਾਲਾ ਹੋ ਜਾਵੇ, ਅੰਦਰ ਉਸ ਦੇ ਬਲਦੀ ਹੋਈ ਬੱਤੀ, ਉਹਦੇ ਵਿੱਚੋਂ ਨਿਕਲਣ ਵਾਲਾ ਪ੍ਰਕਾਸ਼ ਬਾਹਰ ਪ੍ਰਕਾਸ਼ ਨਹੀਂ ਦਿੰਦਾ, ਕਿਉਂਕਿ 4 ਚੁਫੇਰੇ ਉਹਦੇ ਧੂਏਂ ਨੇ, ਕਾਲਖ ਨੇ ਆਪਣਾ ਪ੍ਰਭਾਵ ਪਾ ਲਿਆ। ਹੁਣ ਉਹਦੇ ਅੰਦਰ ਬੱਤੀ ਤਾਂ ਜਗ ਰਹੀ ਹੈ, ਉਹਦੇ ਅੰਦਰ ਲਾਈਟ ਤਾਂ ਜਗ ਰਹੀ ਹੈ,
पर अंधकार दे धुएं दे प्रभाव दे करके ਉਹਦਾ ਚਾਨਣ बाहर नहीं आ रहा। गुरु साहब जी ने बड़ी सोहनी ये उदाहरण दे के सानू ये समझाउणा कीता कि हे जीव, तेरे हिरदे दे अंदर परमात्मा दी जोत वसदी है, पर तेरे औगणा ने, गुनाहां ने तेरे मन दे उपर इन्ना क प्रभाव पा दिता कि तेरे अंदर उस मालक प्रभु परमात्मा दी जोत जगदी हुई तैनूं दिखाई नहीं देंदी। गुरु साहब जी दे पावन बाणी दे वचन हैं, जन्म जन्म की इस मन को मल लागी, काला हुआ स्याह। जन्मां जमांतरां दी इस मन नूं मैल लगी हुई है। वो चिमनी तां एक दिन दो दिन बालन दे नाल उहदा शीशा काला हो जांदा सी। पातशाह जी कहंदे तेरे इस मन नूं जन्मां जमांतरां दी मैल लगी हुई है, तो तू किवें आस कर सकदा है कि ये अंदर का जिहड़ा प्रकाश, जो गुरु का ज्ञान, जो परमात्मा की दात है, वो बाहर सानू दिखाई देवे। फिर हुण सवाल पैदा होया कि किस तरह अपने मन के अंदर वसदा होया परमात्मा, किस तरह अंदर की जोत सानू बाहर दिखाई देवे। जपजी साहब की पावन पवित्र बाणी वैसे तो गुरु के सिख का फर्ज बनता है कि हर रोज़ बाणी का पाठ करे, नितनेम करे, सहज पाठ करे, पर अज असी अपने आप नूं इन्ना क बिजी कर लिया कि सानू मोबाइल तो ही वेल नहीं मिलता। साडे घरां दे कामकार, साडे पढ़ाई दे कामकार, भावें कि सहूलतां दे वास्ते ये चीज़ां ने, पर असी इनू दुरवरतों इसकी ज़्यादा की, यदि वरतों करन दी बजाय यदि दुरवरतों ज़्यादा की। हुण किन्ना समा हो गया गुरु सवारियो, आप जी तकरीबन 20-25 मिनट तो मैनू सुन रहे हो, पर ज़्यादातर मैं देख रहा कि ध्यान साडा मोबाइल दे विच है। की बोलिया जा रहा है, की समझना चाहिए है, इस गल का कोई प्रभाव नहीं, माफ़ करना वीरो, पर यह सच्चाई है। जे अज असी इस गल नूं समझ जावांगे तां आउण वाला समा साडा वधिया हो जाएगा। गुरु साहब की पवित्र बाणी जिन्नी देर तक असी अपने जीवन दे विच नहीं वसाउंदे, उन्नी देर तक सानू अगे अंधकार ही दिखाई देवेगा। सो खैर, गुरु साहब की आपां बाणी की गल कर रहे हैं, तो पातशाह जी कहते तेरे जीवन के अंदर, तेरे हिरदे दे विच परमात्मा वसदा है, पर तेरे औगणा दे करके, तेरियां कमियां दे करके तैनूं अंतर आत्मे की पछाण नहीं। आपां उदाहरण भी समझ लई, पर हुण अगली गल कि किवें पता लगे कि साडे अंदर परमात्मा वसदा है। कोई तां तरीका होवेगा, कोई तां जुगत होवेगी, जिस जुगती दे नाल, जिस तरीके दे नाल असी अपने हिरदे दे विच वसदे होए परमात्मा नूं वेख सकीए। ते गुरु साहब जी ने जपजी साहब की पावन पवित्र बाणी दे अंदर सानू ये गल डंके की चोट के उपर समझा दी कि गुरु के सिखा, जेकर आ वाला तरीका तू वरतेगा तां तैनूं हिरदे दे विच वसिया होया परमात्मा दिखाई देवेगा। तेरे मन दे उपर लगी हुई मैल, तेरे हिरदे दे विच विकारां दे करके जिहड़ा अंधकार छाया है, ये खत्म हो जाएगा। हुण जिहड़े तां गुरमुख प्यारे जपजी साहब की पवित्र बाणी पढ़दे होणगे, उन्हां नूं एकदम दिमाग दे विच, मन दे विच आ जांदा है कि हुण आ पंक्ति होवेगी जिहदे विच गुरु साहब जी ने समझाया। वो किहड़ी पंक्ति है? पातशाह जी कहते हैं, भरीए हथ पैर तन देह। पातशाह जी कहते साडा जिहड़ा शरीर है ना, इस शरीर दे उपर मैल लग जावे, साडा शरीर मलीन हो जावे, तां असीं पानी दे नाल, पानी धोता है उतर सखे, पानी दे नाल अपने हत्थां नूं धोवांगे, मिट्टी लथ जाएगी। अपने शरीर का इशनान करांगे, साडे तन का दलिद्र खत्म हो जाएगा। पर सतगुरु जी ने एक गल अगली समझाई,
ਪਾਤਸ਼ਾਹ ਜੀ ਕਹਿੰਦੇ ਹਨ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਹੁਣ ਜੇ ਸਾਡੀ ਮਤ ਮਲੀਨ ਹੋ ਜਾਵੇ, ਜੇ ਸਾਡੀ ਸੋਚ ਮਲੀਨ ਹੋ ਜਾਵੇ, ਜੇ ਸਾਡੇ ਵਿਚਾਰ ਮੈਲੇ ਹੋ ਜਾਣ, ਤਾਂ ਫਿਰ ਉਹਨਾਂ ਨੂੰ ਸਾਫ਼ ਕਰਨ ਦਾ ਇੱਕੋ ਹੀ ਇੱਕ ਤਰੀਕਾ ਹੈ, ਗੁਰੂ ਦਾ ਸ਼ਬਦ, ਗੁਰੂ ਦਾ ਗਿਆਨ। ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰੇਗਾ ਤਾਂ ਤੇਰੇ ਵਿਚਾਰ ਜੋ ਨੇ ਉਹ ਤਬਦੀਲ ਹੋ ਜਾਣਗੇ, ਤੇਰੀ ਮਤ ਚੰਗੀ ਹੋ ਜਾਵੇਗੀ, ਤੇਰੀ ਬੁੱਧ ਚੰਗੀ ਹੋ ਜਾਵੇਗੀ, ਤੇਰੀ ਸੋਚਣ ਸ਼ਕਤੀ ਚੰਗੀ ਬਣ ਜਾਵੇਗੀ ਜੇ ਤੂੰ ਗੁਰੂ ਦੇ ਉਪਦੇਸ਼ ਦੇ ਨਾਲ ਸਾਂਝ ਬਣਾ ਲਵੇਂਗਾ। ਇਹ ਗੁਰੂ ਸਾਹਿਬ ਜੀ ਨੇ ਸਾਨੂੰ ਤਰੀਕਾ ਦੱਸਿਆ ਹੈ। ਪਰ ਅਸੀਂ ਮਨ ਨੂੰ ਸਾਫ਼ ਕਰਨ ਦੀ ਬਜਾਏ ਇਕੱਲੇ ਬਸਤਰਾਂ ਤੱਕ ਹੀ ਸੀਮਤ ਰਹਿ ਗਏ। ਅਸੀਂ ਹਿਰਦੇ ਨੂੰ ਅੰਦਰੋਂ ਸੋਹਣਾ ਬਣਾਉਣ ਦੀ ਬਜਾਏ ਆਪਣੇ ਸਰੀਰ ਨੂੰ ਸੋਹਣਾ ਬਣਾਉਣ 'ਤੇ ਲੱਗ ਗਏ। ਸੋਹਣਾ ਬਣਾਉਣ ਕਰਕੇ ਹੀ ਅੱਜ ਜਿਹੜਾ ਰੱਬ ਨੇ ਸਾਨੂੰ ਬਣਾਇਆ ਉਹਦੇ ਉੱਪਰ ਸਾਨੂੰ ਵਿਸ਼ਵਾਸ ਨਹੀਂ, ਉਹਦੇ ਉੱਪਰ ਸਾਨੂੰ ਯਕੀਨ ਨਹੀਂ। ਅਸੀਂ ਫਿਰ ਜਾ ਕੇ ਨਾਈ ਦੀ ਦੁਕਾਨ 'ਤੇ ਬੈਠਦੇ ਹਾਂ ਤੇ ਕਹਿੰਦੇ ਹਾਂ ਸਾਨੂੰ ਹੋਰ ਸੋਹਣਾ ਬਣਾ ਦੇ, ਕਿਉਂਕਿ ਰੱਬ ਨੇ ਤਾਂ ਸੋਹਣਾ ਨਹੀਂ ਬਣਾਇਆ, ਉਹਦੇ ਵਿੱਚੋਂ ਕੋਈ ਕਮੀ ਰਹਿ ਗਈ, ਪਰ ਤੂੰ ਸਾਨੂੰ ਸੋਹਣਾ ਬਣਾ ਦੇ। ਸਾਨੂੰ ਉਸ ਵੇਲੇ ਕਦੀ ਵੀ ਇਹ ਯਾਦ ਨਹੀਂ ਆਇਆ ਕਿ ਕਲਗੀਆਂ ਵਾਲਿਆ, ਕਦੀ ਸਾਨੂੰ ਸਾਹਮਣੇ ਬੈਠਿਆਂ ਨੂੰ ਦੇਖ ਕੇ ਤੂੰ ਇਹ ਬਚਨ ਆਖੇ ਸਨ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੁਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਅੱਜ ਦਸ਼ਮੇਸ਼ ਪਿਤਾ ਸਾਨੂੰ ਪੁੱਛਣ ਵਾਸਤੇ ਆ ਜਾਵੇ ਕਿ ਪਿਆਰਿਓ ਤੁਹਾਡੇ ਵਾਸਤੇ ਮੈਂ ਆਪਣੇ ਲਾਲ ਕੁਰਬਾਨ ਕਰ ਦਿੱਤੇ, ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਵੱਡੇ ਸਾਹਿਬਜ਼ਾਦੇ ਨੂੰ ਨੇਜਾ ਖਾਂਦਿਆਂ ਹੋਇਆਂ ਦੇਖਿਆ, ਆਪਣੇ ਪੁੱਤਰਾਂ ਦੇ ਟੁਕੜੇ ਹੁੰਦਿਆਂ ਮੈਂ ਆਪਣੀਆਂ ਨਜ਼ਰਾਂ ਦੇ ਨਾਲ ਦੇਖਿਆ ਤੇ ਜੈਕਾਰੇ ਲਾਏ। ਅੱਜ ਮੈਨੂੰ ਦੱਸੋ, ਮੈਂ ਆਪਣੇ ਬੱਚਿਆਂ ਦੇ ਤੁਹਾਡੇ ਵਿੱਚੋਂ ਦਰਸ਼ਨ ਕਰਨੇ ਚਾਹੁੰਦਾ ਵਾਂ? ਤਾਂ ਮੈਨੂੰ ਲੱਗਦਾ ਕਿ ਸਾਨੂੰ ਕੋਈ ਜਵਾਬ ਨਹੀਂ ਆਵੇਗਾ। ਕਦੇ ਉਹ ਬੁੱਢੀ ਮਾਂ ਜਿਹੜੀ ਠੰਡੇ ਬੁਰਜ ਦੇ ਵਿੱਚ ਬੈਠੀ ਹੋਈ ਆਪਣੇ ਬੱਚਿਆਂ ਨੂੰ ਗੋਦੀ ਦੇ ਵਿੱਚ ਲੈ ਕੇ ਮਾਲਕ ਦੇ ਸ਼ੁਕਰਾਨੇ ਦੇ ਵਿੱਚ ਜੁੜੀ ਏ, ਜੇ ਉਹ ਆਖੇ ਕਿ ਮੈਂ ਛੋਟੇ ਛੋਟੇ ਸਾਹਿਬਜ਼ਾਦੇ ਜਿਹੜੀਆਂ ਕੋਮਲ ਜੀਆਂ ਮਾਲੂਮ ਜੀਆਂ ਜਿੰਦਾਂ ਸਨ, ਉਹਨਾਂ ਨੂੰ ਮੈਂ ਜੀਵਤ ਵੀ ਨਾ ਰੱਖ ਸਕੀ, ਅੱਜ ਮੈਨੂੰ ਜਵਾਬ ਦਿਓ, ਮੇਰੇ ਪੁੱਤਰਾਂ ਦੀ ਕੁਰਬਾਨੀ ਉਹਦਾ ਤੁਸੀਂ ਕੀ ਮੁੱਲ ਪਾਇਆ ਹੈ? ਤਾਂ ਗੁਰੂ ਸਵਾਰਿਓ, ਮੈਨੂੰ ਲੱਗਦਾ ਕਿ ਉਸ ਬਜ਼ੁਰਗ ਮਾਂ ਗੁਜਰ ਕੌਰ ਦੀਆਂ ਤਾਹਾਂ ਨਿਕਲ ਜਾਣਗੀਆਂ ਜਦੋਂ ਉਹਨੇ ਇਹ ਦੇਖਿਆ ਕਿ ਮੈਂ ਤਾਂ ਆਪਣੇ ਪੁੱਤਰਾਂ ਨੂੰ ਤੋੜ ਦਿੱਤਾ। ਆਖਿਆ, ਸਿੱਖ ਕੌਮ ਦੇ ਥੰਮ ਹੋ ਤੁਸੀਂ, ਅੱਜ ਜੇ ਤੁਸੀਂ ਡੋਲ ਗਏ ਤਾਂ ਕੱਲ ਨੂੰ ਕੋਈ ਇਹ ਨਾ ਕਵੇ ਕਿ ਕਲਗੀਆਂ ਵਾਲਾ ਜਿਹੜਾ ਕਹਿੰਦਾ ਸੀ 1.25 ਲੱਖ ਸੇ ਏਕ ਲੜਾਊਂ ਤਬੇ ਗੋਬਿੰਦ ਸਿੰਘ ਨਾਮ ਕਹਾਊਂ, ਉਹਦੇ ਪੁੱਤਰ ਸੂਬੇ ਦੀ ਕਚਹਿਰੀ ਦੇ ਵਿੱਚ ਘਬਰਾ ਗਏ, ਡਰ ਗਏ। ਉਹ ਨਾ ਘਬਰਾਏ ਨਾ ਡਰੇ, ਸ਼ਹਾਦਤ ਦਾ ਜਾਮ ਪੀ ਗਏ, ਪਰ ਉਹਨਾਂ ਨੇ ਸਿੱਖੀ ਦੇ ਉੱਪਰ ਆਂਚ ਨਹੀਂ ਆਉਣ ਦਿੱਤੀ। ਉਹਨਾਂ ਨੇ ਆਪਣੇ ਦਾਦੇ ਪੜਦਾਦਿਆਂ ਦੀਆਂ ਕਥਾ ਕਹਾਣੀਆਂ ਨੂੰ ਆਪਣੇ ਜਾਨ ਦੇ ਕੇ ਆਪਣਾ ਆਪ ਕੁਰਬਾਨ ਕਰਕੇ ਵੀ ਜੀਵਤ ਰੱਖਿਆ। ਪਰ ਅੱਜ ਅਸੀਂ ਇਹਨਾਂ ਚੀਜ਼ਾਂ ਨੂੰ ਭੁੱਲ ਚੁੱਕੇ ਹਾਂ। ਅੱਜ ਸਾਡੇ ਜੀਵਨ ਦੇ ਅੰਦਰ ਉਹ ਸਿਧਾਂਤ ਨਹੀਂ ਜੋ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ ਸੀ। ਅੱਜ ਅਸੀਂ ਦੁਨੀਆ ਦੇ ਵਿਖਾਵੇ ਦੇ ਵਿੱਚ ਪੈ ਗਏ। ਵਿਰਲੇ ਪਰਿਵਾਰਾਂ ਨੂੰ ਛੱਡ ਕੇ, ਵਿਰਲੇ ਪਿਆਰੇ ਗੁਰਮੁਖ ਵੀਰਾਂ ਨੂੰ ਛੱਡ ਕੇ ਜ਼ਿਆਦਾਤਰ ਸਾਡਾ ਨੌਜਵਾਨ ਨਸ਼ਿਆਂ ਦੇ ਵਿੱਚ ਗੁਲਤਾਨ, ਫੈਸ਼ਨਾਂ ਦੇ ਵਿੱਚ ਗੁਲਤਾਨ, ਤੇ ਅੱਜ ਸਾਡਾ ਨੌਜਵਾਨ ਗੁਰੂ ਦੇ ਨਾਲੋਂ ਬੇਮੁਖ ਹੈ, ਗੁਰੂ ਦੇ ਨਾਲੋਂ ਟੁੱਟਿਆ ਹੋਇਆ ਹੈ। ਲੋੜ ਹੈ ਅੱਜ ਜੇ ਅਸੀਂ ਦੁਨੀਆ ਨੂੰ ਇਹ ਦਿਖਾਉਣ ਦੇ ਵਿੱਚ ਕਾਮਯਾਬ ਹੋਏ ਹਾਂ ਕਿ ਸਾਡੇ ਅੰਦਰ ਦਸ਼ਮੇਸ਼ ਪਿਤਾ ਦਾ ਖੂਨ ਹੈ, ਅਸੀਂ ਕਿਸੇ ਤੋਂ ਡਰਦੇ ਨਹੀਂ, ਭਾਵੇਂ ਉਹ ਮੌਜੂਦਾ ਸਰਕਾਰਾਂ ਹੀ ਕਿਉਂ ਨਾ ਹੋਣ। ਜੇ ਅਸੀਂ ਇਹ ਸਭ ਕੁਝ ਕਰਨ ਕਰਕੇ ਅੱਜ ਦੁਨੀਆ ਦੇ ਅੰਦਰ ਆਪਣਾ ਲੋਹਾ ਮਨਵਾ ਚੁੱਕੇ ਹਾਂ ਗੁਰੂ ਸਵਾਰਿਓ,
ਤਾਂ ਅੱਜ ਲੋੜ ਹੈ ਕਿ ਅਸੀਂ ਇਸ ਗੱਲ ਨੂੰ ਵੀ ਸਮਝੀਏ, ਵਿਚਾਰੀਏ ਕਿ ਸਾਡੇ ਵਾਸਤੇ ਗੁਰੂ ਨੇ ਆਪਣਾ ਸਭ ਕੁਝ ਕੁਰਬਾਨ ਕੀਤਾ ਹੈ। ਘੱਟੋ ਘੱਟ ਜ਼ਿਆਦਾ ਨਹੀਂ ਤਾਂ ਆਪਣੇ ਆਪ ਨੂੰ ਸਿੱਖੀ ਸਰੂਪ ਵਾਲੇ ਬਣਾ ਲਈਏ। ਅਸੀਂ ਗੁਰੂ ਵਰਗੇ ਬਣ ਜਾਈਏ, ਗੁਰੂ ਦੇ ਪੁੱਤਰਾਂ ਵਰਗੇ ਬਣ ਜਾਈਏ। ਜੇ ਕੱਲ੍ਹ ਨੂੰ ਗੁਰੂ ਦਾ ਸਾਹਮਣਾ ਕਰਨਾ ਪੈ ਜਾਵੇ ਤਾਂ ਅਸੀਂ ਸ਼ਰਮਿੰਦੇ ਨਾ ਹੋਈਏ, ਸਾਡੇ ਜੀਵਨ ਦੇ ਵਿੱਚ ਨਮੋਸ਼ੀ ਨਾ ਆਵੇ। ਸੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਸਾਨੂੰ ਇਹੀ ਸਮਝਾਉਂਦੀ ਹੈ ਕਿ ਸਾਡਾ ਮਨ ਜਿਹੜਾ ਵਿਕਾਰਾਂ ਦੇ ਕਰਕੇ ਮਲੀਨ ਹੋ ਚੁੱਕਿਆ ਹੈ, ਉਹਨਾਂ ਨੂੰ, ਉਸ ਮਨ ਨੂੰ, ਆਪਣੇ ਵਿਚਾਰਾਂ ਨੂੰ ਧੋਣ ਦੇ ਵਾਸਤੇ ਗੁਰੂ ਦੇ ਸ਼ਬਦ ਦੇ ਵਿੱਚ ਚੁੱਭੀ ਮਾਰਨੀ ਪਵੇਗੀ। ਅਸੀਂ ਜੋੜ ਮੇਲਿਆਂ 'ਤੇ ਜਾਂਦੇ ਹਾਂ, ਦਰਬਾਰ ਸਾਹਿਬ ਜਾਂਦੇ ਹਾਂ। ਗੁਰੂ ਸਵਾਰਿਓ, ਇਹਨਾਂ ਧਾਰਮਿਕ ਅਸਥਾਨਾਂ 'ਤੇ ਜਾਣ ਦਾ ਭਾਵ ਇਹ ਸੀ ਕਿ ਅਸੀਂ ਗੁਰੂ ਦੇ ਕੋਲੋਂ, ਗੁਰੂ ਦੇ ਜੀਵਨ ਦੇ ਵਿੱਚੋਂ ਕੋਈ ਸਿੱਖਿਆ ਲਈਏ। ਸਰਬ ਸਾਂਝੀ ਵਾਲਤਾ ਦਾ ਜੋ ਸਮੁੱਚੇ ਮਾਨਵਤਾ ਦੇ ਅੰਦਰ ਗੁਰੂ ਸਾਹਿਬ ਜੀ ਨੇ ਸਿਧਾਂਤ ਦ੍ਰਿੜ ਕਰਵਾਇਆ ਹੈ, ਉਸ ਸਰਬ ਸਾਂਝੀ ਵਾਲਤਾ ਨੂੰ ਅਸੀਂ ਵੀ ਆਪਣੇ ਜੀਵਨ ਦੇ ਅੰਦਰ ਧਾਰਨ ਕਰੀਏ। ਪਰ ਇਹ ਤਬਦੀਲੀ ਤਾਂ ਹੀ ਆਵੇਗੀ ਜੇ ਅਸੀਂ ਆਪਣੇ ਮਨ ਨੂੰ ਗੁਰੂ ਦੀ ਮੱਤ ਦੁਆਰਾ ਢਾਲਣ ਦੀ ਕੋਸ਼ਿਸ਼ ਕਰਾਂਗੇ। ਨਹੀਂ ਤਾਂ ਦੁਨੀਆ ਦੇ ਅੰਦਰ ਗੁਰੂ ਸਵਾਰਿਓ ਕੋਈ ਵੀ ਐਸੀ ਤਾਕਤ ਨਹੀਂ ਜਿਹੜੀ ਸਾਡੇ ਵਿਚਾਰਾਂ ਨੂੰ ਬਦਲ ਸਕੇ। ਤੁਸੀਂ ਡਾਕਟਰ ਕੋਲੇ ਜਾਓਗੇ, ਤੁਹਾਡੇ ਸਰੀਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆ ਗਈ, ਉਹਦੀ ਦਵਾਈ ਪ੍ਰਾਪਤ ਕੀਤੀ ਜਾ ਸਕਦੀ ਹੈ। ਅੱਜ ਤਾਂ ਸਾਇੰਸ ਨੇ ਇੱਥੋਂ ਤੱਕ ਤਰੱਕੀ ਕਰ ਲਈ ਕਿ ਜੇਕਰ ਸਾਡੇ ਸਰੀਰ ਦਾ ਕੋਈ ਪਾਰਟ, ਕੋਈ ਹਿੱਸਾ ਖਰਾਬ ਹੋ ਜਾਵੇ, ਉਹਨੂੰ ਬਦਲਿਆ ਜਾ ਸਕਦਾ ਹੈ। ਕਿਸੇ ਦੂਜੇ ਮਨੁੱਖ ਦਾ ਸਰੀਰ ਦਾ ਅੰਗ ਕਿਸੇ ਦੂਜੇ ਸਰੀਰ ਦੇ ਵਿੱਚ ਕੰਮ ਦੇ ਸਕਦਾ ਹੈ। ਪਰ ਅੱਜ ਦੇ ਸਮੇਂ ਦੇ ਵਿੱਚ ਵੀ ਸਾਇੰਸ ਇਹ ਗੱਲ ਨਹੀਂ ਕਰ ਸਕੀ, ਕਿਹੜੀ ਜੋ ਗੁਰੂ ਸਾਹਿਬ ਜੀ ਸਾਨੂੰ ਦ੍ਰਿੜ ਕਰਵਾਉਂਦੇ ਨੇ। ਬੰਦੇ ਦੀ ਸੋਚ ਅੱਜ ਤੱਕ ਸਾਇੰਸ ਵੀ ਬਦਲ ਨਹੀਂ ਸਕੀ। ਜੇ ਮੈਂ ਮਾੜਾ ਸੋਚਦਾ ਵਾਂ ਤਾਂ ਮੇਰੀ ਇਹ ਸੋਚ ਨੂੰ ਕਿਸੇ ਡਾਕਟਰ ਦੀ, ਕਿਸੇ ਵਿਗਿਆਨੀ ਦੀ ਤਾਕਤ ਨਹੀਂ ਕਿ ਮੇਰੀ ਸੋਚ ਨੂੰ ਬਦਲ ਸਕੇ। ਪਰ ਗੁਰੂ ਦੇ ਅੰਦਰ ਬਖਸ਼ਿਸ਼ ਹੈ, ਗੁਰੂ ਦੇ ਅੰਦਰ ਤਾਕਤ ਹੈ। ਗੁਰੂ ਤਾਂ ਇਸ ਜਗਤ ਦੇ ਅੰਦਰ ਭੁੱਲਿਆਂ ਹੋਇਆਂ ਨੂੰ ਸੱਚ ਦਾ ਮਾਰਗ ਦ੍ਰਿੜ ਕਰਵਾ ਦਿੰਦਾ ਹੈ। ਸੱਜਣ ਠੱਗ ਵਰਗਿਆਂ ਨੂੰ ਭਾਈ ਸੱਜਣ ਬਣਾ ਸਕਦਾ ਹੈ। ਗੁਰੂ ਕੌਡੇ ਰਾਖਸ਼ ਵਰਗਿਆਂ ਨੂੰ ਦੇਵਤੇ ਬਣਾ ਸਕਦਾ ਹੈ। ਇਸੇ ਕਰਕੇ ਤਾਂ ਸਤਿਗੁਰੂ ਜੀ ਕਹਿੰਦੇ ਹਨ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਗੁਰੂ ਸਾਹਿਬ ਇੱਕ ਖਿਣ ਵਿੱਚ ਆਮ ਮਨੁੱਖਾਂ ਨੂੰ ਦੇਵਤਿਆਂ ਵਰਗੇ ਬਣਾ ਦਿੰਦੇ ਨੇ। ਇਹ ਤਾਕਤ ਕਿਸ ਦੀ ਹੈ? ਗੁਰਬਾਣੀ ਦੀ। ਭੱਟ ਸਾਹਿਬਾਨ ਕਹਿੰਦੇ, ਬਿਖ ਤੇ ਅੰਮ੍ਰਿਤ ਹੋਇਓ। ਜ਼ਹਿਰ ਤੋਂ ਹੁਣ ਸਾਡਾ ਜੀਵਨ ਅੰਮ੍ਰਿਤ ਵਰਗਾ ਬਣ ਗਿਆ, ਕਿਉਂਕਿ ਸਾਡੀ ਸਾਂਝ ਗੁਰੂ ਦੇ ਉਪਦੇਸ਼ ਦੇ ਨਾਲ, ਗੁਰੂ ਦੇ ਗਿਆਨ ਦੇ ਨਾਲ ਪੈ ਗਈ। ਬਿਖ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਜ਼ਹਿਰ ਜੇਕਰ ਉਸ ਨੂੰ ਪੀ ਲਿਆ ਜਾਵੇ ਤੇ ਬੰਦੇ ਦੀ ਮੌਤ ਹੈ, ਤੇ ਅੰਮ੍ਰਿਤ ਪੀ ਕੇ ਮਨੁੱਖ ਅਮਰ ਹੋ ਜਾਂਦਾ ਹੈ। ਭਾਵ ਕਿ ਉਹਨੂੰ ਆਤਮਿਕ ਮੌਤ ਨਹੀਂ ਆਉਂਦੀ। ਗੁਰੂ ਸਾਹਿਬ ਜੀ ਕਹਿੰਦੇ, ਜਦੋਂ ਗੁਰੂ ਦਾ ਉਪਦੇਸ਼ ਨਹੀਂ ਸੁਣਿਆ ਸੀ, ਜਦੋਂ ਜੀਵਨ ਦੇ ਅੰਦਰ ਗਿਆਨ ਨਹੀਂ ਆਇਆ ਸੀ, ਉਦੋਂ ਸਾਡਾ ਜੀਵਨ ਬਿਖ ਵਰਗਾ ਸੀ, ਪਰ ਅੱਜ ਸਾਡਾ ਜੀਵਨ ਅੰਮ੍ਰਿਤ ਵਰਗਾ ਹੋ ਗਿਆ। ਭਾਵ ਕਿ ਅਸੀਂ ਹੁਣ ਆਤਮਿਕ ਤੌਰ 'ਤੇ ਮਰਦੇ ਨਹੀਂ। ਆਪਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਬਾਰੇ ਪੜ੍ਹਦੇ ਸੁਣਦੇ ਹਾਂ। ਉਹਨਾਂ ਨੇ ਇਹ ਬਚਨ ਆਖੇ ਸਨ ਕਿ ਅਸਲ ਦੇ ਵਿੱਚ ਸਰੀਰ ਦੀ ਮੌਤ ਨਹੀਂ, ਆਤਮਾ ਦਾ ਮਰ ਜਾਣਾ ਅਸਲ ਮੌਤ ਹੈ। ਭਾਵ ਕਿ ਆਤਮਿਕ ਤੌਰ 'ਤੇ ਮਰ ਜਾਣਾ। ਤੇ ਪਾਤਸ਼ਾਹ ਜੀ ਕਹਿੰਦੇ, ਬਿਖ ਤੇ ਅੰਮ੍ਰਿਤ ਹੋਇਓ। ਅਸੀਂ ਜ਼ਹਿਰ ਤੋਂ ਹੁਣ ਅੰਮ੍ਰਿਤ ਵਰਗੇ ਹੋ ਗਏ। ਹੁਣ ਇਹਨੂੰ ਥੋੜ੍ਹਾ ਜਿਹਾ 2 ਮਿੰਟ ਵਾਸਤੇ ਸਮਝਣ ਦਾ ਯਤਨ ਕਰਨਾ। ਬਿਖ ਕਿਵੇਂ ਹੈ ਮਨੁੱਖ ਤੇ ਅੰਮ੍ਰਿਤ ਕਿਵੇਂ ਬਣਦਾ ਹੈ? ਬਿਖ ਦਾ ਭਾਵ ਹੈ ਵਿਕਾਰੀ ਮਨੁੱਖ। ਹੁਣ ਜਿਹੜਾ ਬੰਦਾ ਵਿਕਾਰੀ ਹੈ, ਉਸ ਬੰਦੇ ਦਾ ਅੱਜ
ਦੇ ਸਮਾਜ ਦੇ ਵਿੱਚ ਕੋਈ ਵੀ ਸੰਗ ਕਰਨ ਵਾਸਤੇ ਤਿਆਰ ਨਹੀਂ, ਉਹਦਾ ਸਾਥ ਨਿਭਾਉਣ ਵਾਸਤੇ ਤਿਆਰ ਨਹੀਂ, ਕਿਉਂਕਿ ਉਹ ਜ਼ਹਿਰ ਵਰਗਾ ਹੈ। ਉਹਦੇ ਅੰਦਰ ਔਗਣ ਹੈ। ਜੇ ਨਸ਼ੇ ਕਰਦਾ ਹੈ, ਜੇ ਮਾੜਾ ਕਿਸੇ ਨੂੰ ਬੋਲਦਾ ਹੈ, ਲੜਾਈ ਝਗੜੇ ਦੇ ਵਿੱਚ ਫਸਿਆ ਹੋਇਆ ਹੈ, ਤਾਂ ਅਸੀਂ ਆਮ ਇਹ ਸੁਣਦੇ ਹਾਂ ਪਿੰਡਾਂ ਦੇ ਵਿੱਚ ਕਿ ਇਸ ਬੰਦੇ ਦੇ ਨਾਲ ਕੀ ਉਲਝਣਾ, ਇਹ ਤਾਂ ਹੈ ਹੀ ਮੂਰਖ ਹੈ। ਪਰ ਜੇ ਗੁਰੂ ਦੀ ਬਖਸ਼ਿਸ਼ ਹੋ ਜਾਵੇ, ਗੁਰੂ ਦੇ ਚਰਨਾਂ ਦੇ ਵਿੱਚੋਂ ਉਹ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ, ਗੁਰੂ ਦਾ ਗਿਆਨ ਪ੍ਰਾਪਤ ਕਰਕੇ ਗੁਰੂ ਵਾਲਾ ਬਣ ਜਾਵੇ, ਤਾਂ ਫਿਰ ਉਹੀ ਜੀਵਨ ਉਹਦਾ ਬਿੱਖ ਵਰਗਾ ਅੰਮ੍ਰਿਤ ਬਣ ਜਾਂਦਾ ਹੈ। ਇਹਨੂੰ ਗੁਰੂ ਸਾਹਿਬ ਜੀ ਨੇ ਆਖਿਆ ਬਿੱਖ ਤੋਂ ਅੰਮ੍ਰਿਤ ਹੋਇਓ। ਪਹਿਲਾਂ ਵਿਕਾਰੀ ਸੀ, ਹੁਣ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰ ਲਈ। ਪਹਿਲਾਂ ਲੜਾਈਆਂ ਝਗੜਿਆਂ ਦੇ ਵਿੱਚ, ਨਸ਼ਿਆਂ ਦੇ ਵਿੱਚ ਗੁਲਤਾਨ ਸੀ, ਹੁਣ ਗੁਰੂ ਦੇ ਨਾਮ ਦੇ ਵਿੱਚ ਆਤਮਾ ਹਿਰਦਾ ਰੰਗਿਆ ਰਹਿੰਦਾ ਹੈ। ਗੁਰੂ ਸਾਹਿਬ ਜੀ ਦੇ ਬਚਨਾਂ ਦੇ ਵਿੱਚ ਇਤਨੀ ਤਾਕਤ ਹੈ, ਇਤਨੀ ਸਮਰੱਥਾ ਹੈ ਕਿ ਗੁਰੂ ਇੱਕ ਖਿਣ ਦੇ ਵਿੱਚ ਸਾਡਾ ਜੀਵਨ ਤਬਦੀਲ ਕਰ ਸਕਦਾ ਹੈ। ਬਿੱਖ ਤੇ ਅੰਮ੍ਰਿਤ ਹੋਇਓ, ਅਸੀਂ ਬਿੱਖ ਤੋਂ ਅੰਮ੍ਰਿਤ ਵਰਗੇ ਹੋ ਗਏ। ਨਾਮ ਸਤਿਗੁਰ ਮੁਖ ਭਣਿਓ। ਨਾਮ ਕੀ ਹੈ? ਗੁਰੂ ਦਾ ਗਿਆਨ। ਜਦੋਂ ਅਸੀਂ ਗੁਰੂ ਦੇ ਗਿਆਨ ਨੂੰ ਆਪਣੇ ਮੁਖ ਤੋਂ ਭਣਿਓ ਦਾ ਮਤਲਬ ਹੈ ਉਚਾਰਨ ਕਰਨਾ। ਜਦੋਂ ਅਸੀਂ ਗੁਰੂ ਦੇ ਨਾਮ ਨੂੰ ਉਚਾਰਨ ਕੀਤਾ ਤਾਂ ਸਾਡੇ ਜੀਵਨ ਦੇ ਅੰਦਰੋਂ ਵਿਕਾਰ ਖਤਮ ਹੋ ਗਏ। ਹੁਣ ਇੱਕ ਉਦਾਹਰਨ ਆਪ ਜੀ ਦੇ ਨਾਲ ਸਾਂਝੀ ਕਰਾਂ। ਆਪਾਂ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਜਦੋਂ ਜਾਂਦੇ ਆ ਤਾਂ ਅੱਜ ਇੱਕ ਬੜੀ ਵੱਡੀ ਸਹੂਲਤ ਸਾਨੂੰ ਆਮ ਹੀ ਸਰਕਾਰੀ ਤੇ ਗੈਰ ਸਰਕਾਰੀ ਦਫ਼ਤਰਾਂ ਦੇ ਵਿੱਚ ਮਿਲ ਜਾਂਦੀ ਹੈ। ਜਿੱਥੇ ਵੀ ਅਸੀਂ ਜਾਵਾਂਗੇ ਉੱਥੇ CCTV ਕੈਮਰੇ ਲੱਗੇ ਹੋਏ ਨੇ, ਜਿਹੜੇ ਨਿਗਰਾਨੀ ਵਾਸਤੇ ਨੇ ਕਿ ਕਿਸੇ ਤਰ੍ਹਾਂ ਦੀ ਕੋਈ ਮਨੁੱਖ ਬੇਈਮਾਨੀ ਨਾ ਕਰੇ, ਕੋਈ ਚੋਰੀ ਨਾ ਕਰੇ। ਜੇਕਰ ਕਿਸੇ ਤਰ੍ਹਾਂ ਦੀ ਚੋਰੀ ਕਰਦਾ ਹੋਇਆ, ਬੇਈਮਾਨੀ ਕਰਦਾ ਹੋਇਆ, ਉਸ ਕੈਮਰੇ ਦੀ ਅੱਖ ਦੇ ਵਿੱਚ ਮਨੁੱਖ ਆ ਗਿਆ ਤਾਂ ਉਹਦੀ ਅਗਵਾਈ ਦੇ ਤੌਰ ਤੇ ਉਹ ਕਿਤੇ ਵੀ ਅਦਾਲਤ ਦੇ ਵਿੱਚ, ਕਿਸੇ ਜੱਜ ਦੇ ਸਾਹਮਣੇ, ਕਿਸੇ ਵਕੀਲ ਦੇ ਸਾਹਮਣੇ ਉਹ ਮੁਨਕਰ ਨਹੀਂ ਹੋ ਸਕਦਾ, ਕਿਉਂਕਿ ਉਹ ਇੱਕ ਸਬੂਤ ਉਹਦੇ ਵਿੱਚ ਆ ਗਿਆ, ਉਹਦਾ ਦ੍ਰਿਸ਼ ਆ ਗਿਆ, ਉਹਦੀ ਵੀਡੀਓ ਬਣ ਗਈ ਕਿ ਇਸ ਬੰਦੇ ਨੇ ਆਹ ਗਲਤੀ ਕੀਤੀ ਹੈ, ਇਹਦਾ ਸਬੂਤ ਆਹ ਵੀਡੀਓ ਹੈ। ਪਰ ਇੱਕ CCTV ਕੈਮਰਾ ਜਿੱਥੇ ਵੀ ਤੁਸੀਂ ਲੱਗਿਆ ਹੋਇਆ ਦੇਖੋਗੇ, ਉਹਦੇ ਨਾਲ ਇੱਕ ਚੀਜ਼ ਲਿਖੀ ਤੁਹਾਨੂੰ ਜ਼ਰੂਰ ਮਿਲੇਗੀ ਕਿ ਤੁਸੀਂ ਕੈਮਰੇ ਦੀ ਨਿਗਰਾਨੀ ਵਿੱਚ ਹੋ। ਕਿਤੇ ਵੀ ਇਸ ਤਰ੍ਹਾਂ ਦਾ ਦਫ਼ਤਰਾਂ ਦੇ ਵਿੱਚ, ਪ੍ਰਾਈਵੇਟ ਚਾਹੇ ਗੈਰ ਸਰਕਾਰੀ ਜਾਂ ਸਰਕਾਰੀ ਨੇ, ਉਹਨਾਂ ਦੇ ਵਿੱਚ ਇਹ ਗੱਲ ਜ਼ਰੂਰ ਲਿਖੀ ਹੋਵੇਗੀ ਕਿ ਤੁਸੀਂ ਕੈਮਰੇ ਦੀ ਨਿਗਰਾਨੀ ਦੇ ਵਿੱਚੋਂ ਵਿਚਰ ਰਹੇ ਹੋ। ਇਸ ਦਾ ਭਾਵ ਇਹ ਹੈ ਕਿ ਇੱਕ ਵਾਰ ਬੰਦੇ ਨੂੰ ਸੁਚੇਤ ਕਰ ਦਿੱਤਾ ਕਿ ਤੈਨੂੰ ਕੈਮਰਾ ਦੇਖ ਰਿਹਾ ਹੈ, ਪਰ ਜੇਕਰ ਉਹ ਕੈਮਰਾ ਵੇਖਣ ਦੇ ਬਾਵਜੂਦ, ਉਹ ਚੇਤਾਵਨੀ ਪੜ੍ਹਨ ਦੇ ਬਾਵਜੂਦ ਵੀ ਮਨੁੱਖ ਗਲਤੀ ਕਰਦਾ ਹੈ ਤੇ ਉਹਦਾ ਗੁਨਾਹ ਫਿਰ ਕਿਤੇ ਵੀ ਮਾਫ ਨਹੀਂ ਹੁੰਦਾ। ਉਹਦਾ ਗੁਨਾਹ ਜੱਗ ਜ਼ਾਹਰ ਹੋ ਜਾਂਦਾ ਹੈ, ਉਹ ਗੁਨਾਹਗਾਰ ਬਣ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਕਿ ਮਨੁੱਖ ਤੂੰ ਇਹ ਨਾ ਸੋਚ ਕਿ ਜੋ ਕੁਝ ਤੂੰ ਕਰਦਾ ਹੈ ਉਹ ਕੋਈ ਨਹੀਂ ਦੇਖਦਾ। ਰੱਬ ਦਾ ਜਿਹੜਾ ਕੈਮਰਾ ਹੈ ਉਹ ਹਮੇਸ਼ਾ ਹੀ ਤੈਨੂੰ ਦੇਖ ਰਿਹਾ ਹੈ, ਤੇ ਜੇਕਰ ਤੂੰ ਕਿਸੇ ਤਰ੍ਹਾਂ ਦਾ ਵੀ ਕੋਈ ਗੁਨਾਹ ਕੀਤਾ, ਐਬ ਕੀਤਾ, ਦੁਨੀਆ ਦੇ ਕੋਲੋਂ ਤੂੰ ਲੁਕਾ ਸਕਦਾ ਹੈ। ਦੁਨੀਆ ਦੇ ਲੋਕ ਤੇਰੇ ਤੇ ਵਿਸ਼ਵਾਸ ਕਰ ਲੈਣਗੇ, ਪਰ ਰੱਬ ਦੀ ਕਚਹਿਰੀ ਦੇ ਵਿੱਚ, ਰੱਬ ਦੇ ਘਰ ਦੇ ਵਿੱਚ ਤੇਰਾ ਕੀਤਾ ਹੋਇਆ ਕੰਮ, ਤੇਰਾ ਕੀਤਾ ਹੋਇਆ ਗੁਨਾਹ ਉਹ ਸਾਹਮਣੇ ਆ ਜਾਵੇਗਾ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਕਿ ਗੁਰੂ ਦੇ ਬਚਨ ਜਿਹੜੇ ਨੇ ਉਹ ਸਾਨੂੰ ਸੁਚੇਤ ਕਰਦੇ ਨੇ ਕਿ ਭਲਿਆ ਆਹ ਕੰਮ ਤੇਰੇ ਕਰਨ ਵਾਲਾ ਹੈ, ਇਹ ਤੂੰ ਕਰ, ਪਰ ਆਹ ਕੰਮ ਜਿਹਦੇ ਤੋਂ ਗੁਰੂ ਮਨਾ ਕਰਦਾ ਹੈ ਇਹ ਕੰਮ ਭੁੱਲ ਕੇ ਵੀ ਨਾ ਕਰੀ। ਕਿਉਂ ਨਹੀਂ ਕਰਨਾ? ਕਿਉਂਕਿ ਸਤਿਗੁਰੂ ਜੀ ਕਹਿੰਦੇ ਹਨ, ਪਾਪ ਕਮਾਵੰਦਿਆ ਤੇਰਾ ਕੋਏ ਨਾ ਬੇਲੀ ਰਾਮ। ਤੂੰ ਅੱਜ ਦੁਨੀਆ ਦੇ ਪਿੱਛੇ ਲੱਗ ਕੇ ਆਪਣੇ ਆਪ ਨੂੰ ਪਾਪਾਂ ਦਾ ਭਾਗੀ ਬਣਾ ਰਿਹਾ ਹੈ। ਗੁਰੂ ਸਾਹਿਬ ਜੀ ਨੇ ਤਾਂ ਇੱਥੋਂ ਤੱਕ ਇਹ ਗੱਲ ਸਮਝਾ ਦਿੱਤੀ। ਪਾਤਸ਼ਾਹ ਜੀ ਕਹਿੰਦੇ ਹਨ, ਬਹੁ ਪਰਪੰਚ ਕਰ ਪਰ ਧਨ ਲਿਆਵੈ,
परपंच कहते ने फरेब करना, किसी को धोखा दे देना। कई बारी किसी बंदा धोखे दे विच आ जाए तो धोखा करन वाला बंदा, चलाकी करन वाला बंदा बड़ा खुश हुंदा है कि मैं इहदे नाल आ ठगी मारी, मैं इहदे नाल आ धोखा कीता, पर इहनूं पता ही नहीं लग्या। पर सतगुरु जी कहते उस तो बाद दी की तेरे ते प्रभाव पवेगा, तेरे जीवन दे अंदर की वापरेगा। सतगुरु जी कहते हैं बहु परपंच कर पर धन ले आवै, सुत दारा पै आन लुटावै। बड़े प्रपंच करके, धोखे करके, कईयां दे नाल बेईमानी कीती, कईयां तो रिश्वत लई, बहुत सारा धन इकट्ठा करन दे लालच दे विच बंदे ने अपने परिवार तक सीमित सोच नूं रख के पाप कमाए। पर सतगुरु जी कहते सुत, सुत मतलब पुत्र, दारा इस्त्री, सुत दारा पह आन लुटावै, धीआं पुत्रां ते घर वाली नूं आके लुटा दिता। पर पातशाह जी कहते हैं बहु परपंच कर पर धन लियावै, सुत दारा पै आन लुटावै। मन मेरे, हे मेरे मना भूले कपट ना कीजै, हे मेरे मना भुल के भी तू कपट ना कर, अहंकार ना कर, क्योंकि अंत नबेरा तेरे जी पै लीजै। धीआं पुत्रां नूं, इस्त्री नूं किसी ने नहीं पुछना, तेरे कोलों जवाब मंगिया जाना है। ये जवाब ये नहीं है कि किसी बकायदा किसी खास जगह ते कोई कचहरी लगती नहीं। गुरु सवारियो, जो असी करते हैं साडे परिवार दे विच किसी नूं पता होवे जां ना होवे, असी उस दे आप जवाब दे हाँ। सब तो पहला सानू अपने आप नूं जवाब देना पवेगा। बंदे ने कोई गुनाह कीता होवे, किसी नूं पता लगे जां ना लगे, पर उन्हों अपने आप नूं डर लग्या रहिंदा है कि मेरा कीता होया गुनाह किते जग जार ना हो जावे। धीआं पुत्रां तो एक पिता ने लुका रखिया ते उन्हों ये डर है कि धीआं पुत्र मेरी सच्चाई तो वाकफ ना हो जान। जे अपनी धर्म पत्नी तो किसी तरह का कोई लुका रखिया जां धर्म पत्नी ने पति तो लुका रखिया, तो उन्होंने पहला अपने आप नूं जवाबदे होना पैंदा है कि मेरे गुनाह दा, मेरे कीते हुए काम दा पता किते जग जार ना हो जावे, पता ना लग जावे। इस करके सतगुरु जी कहते ने मन मेरे भूले कपट ना कीजे, अंत नबेरा तेरे जी पै लीजै। पातशाह जी के बचना वाले आइए, सतगुरु जी कहते हैं बिखते अमृत होयो नाम, गुरु दे नाम नू मुख भणियो। अपने मुख तो जो गुरु का उपदेश दृढ़ करवाया। इस करके सतगुरु जी कहते हैं कि दिन रात उस मालक प्रभु परमात्मा के नाम नू याद कर, उहदियां दित्तियां दातां दा शुकराना कर, ताकि उहदियां दातां दे विचों दातां नू वेख के दातार चेते आउंदा रवे। अगे पातशाह जी समझाते हैं काठों श्रीखंड सतगुर कीओ। काठ कहते ने लकड़ नूं, श्रीखंड कहते ने चंदन नूं। आम लकड़ ते चंदन की लकड़ दे विच बड़ा अंतर है। चंदन की लकड़ छोटा जिहा टुकड़ा भी बहुत कीमती है, आम लकड़ उहदी कोई इन्नी ज़्यादा कीमत नहीं चंदन की लकड़ दे बराबर। इस करके सतगुरु जी कहते पहला तो असी आम सी। पट साहबाना ने सतगुरु के चरणों के विच अरदास की, पातशाह पहला असी आम लकड़ दे वांग सां, कोई कीमत नहीं सी, पर जदों तुहाडे नाल संबंध जुड़ गया, काठों श्रीखंड सतगुर कीओ, गुरु ने काठ तो आम लकड़ तो श्रीखंड कर दिता, चंदन वर्गे कर दिता। चंदन की सुगंधी भी है, चंदन दे विचों सुगंधी छड्डण दी जिथे गुण है, उथे इस संसार दे अंदर चंदन नूं धार्मिक खेत्र दे विच भी बड़ा पवित्र ते ठंडक देण वाला मन्निया गया है। पर गुरु साहब जी ने इस तो भी अगली गल कीती। सतगुरु जी कहंदे चंदन चंद ना सरद रुत, मूल ना मिटई काम, शीतल थीवै नानका जपंदड़ो हर नाम। चंदन नूं ठंडा मन्निया गया, सर्दी रुत नूं ठंडा मन्निया गया, सीत नूं ठंडा मन्निया गया, पर पातशाह जी कहंदे इन्हां सारियां दे नालों
प्रभु परमात्मा का नाम होर भी साडे मन नूं ठंडक देण वाला है। इस करके पट साहिबान का यह सवैया आपां फिर पढ़िए। पातशाह जी कहते हैं, कच्चों कंचन भयो, शब्द गुर श्रवणे सुनियो, बिख ते अमृत होयो, नाम सतगुर मुख पणियो, लोहों होयो लाल, नदर सतगुर जद धारै। नदर कहते ने रहमत करनी। जदों सतगुरु ने रहमत की, लोहों होयो लाल। आम मनूर जै लोहे तो जिहड़ा गलिया सड़िया लोहा, जिन्हों कबाड़िया भी लैण तो गुरेज करता है कि इस सड़े हुए लोहे का मैं की करांगा। पातशाह जी कहते उस मनूर वर्गे लोहे नूं भी गुरु दे ज्ञान द्वारा गुरु ने सानू लालां वर्गा, हीरियां वर्गा कीमती बना दिता। लोहों होयो लाल, नदर सतगुर जद धारै, पाहन मानक करै, ज्ञान गुर कहो विचारै। जदों गुरु दे ज्ञान नूं विचारिया, गुरु दी बाणी नूं समझिया, एक एक बचन नूं अपने हिरदे दे अंदर धारण कीता, ते पातशाह जी कहते हैं जदों गुरु दे ज्ञान दे नाल सांझ पाई, ज्ञान गुर कहो विचारै। फिर अगे पातशाह जी कृपा करते हैं कि जिन्हां ने गुरु दी बख्शिश प्राप्त कर लई, जिन्हां दे उपर गुरु रहमत करता है, वो फिर पशु बिरती वर्गे जिहड़े मनुख ने उन्होंने भी देवतियां वर्गे बना दिंदा है। धन श्री गुरु ग्रंथ साहिब महाराज जी की पवित्र बाणी सानू वार वार ये सुचेत करती है कि बंदिया तू अपने मूल नाल जुड़, अपने सिद्धांत दे नाल जुड़, बाणी नू अपने जीवन दे अंदर धारण करिए। गुरु साहिबान की सिक्ख्या दे उपर चल के अपने जीवन नू जतन करिए कि गुरु साहिब दे इतिहास नू पढ़िए, विचारिए। साडे कोले अज दे समय दे विच तां बड़े तरीके ने, बड़े साडे कोले ऐसे जरिए ने जिहदे नाल असी गुरबाणी नू पढ़ सुन सकते हाँ, इतिहास नू सुन सकते हाँ, पढ़ सकते हाँ। मोबाइलों के राही, इंटरनेट के थ्रू असी हर तरीके दे नाल कोशिश करिए कि अपने सिख इतिहास नू अपने बच्चों तक, अपने नौजवानों तक पहुँचाउण दी कोशिश करिए। सतगुरु जी रहमत करन। गुरबाणी दे विचों ही सानू असल जीवन जिहड़ा तत् ज्ञान है वो प्राप्त होना है। पर गुरबाणी नू कल्ला बाहरों नमस्कार नहीं, गुरबाणी नू बाहरों नमस्कार करन दे नाल नाल असी गुरु दे ज्ञान नू अपने हिरदे दा भी शिंगार बनाइए। कल्ला बाहरों ना सोहणे बनते रह जाइए, अपने आप नू अंदरों भी सोहणे बनाइए। बाहर दा सोहणापन लोकी देखते ने, तुहाडे सोहणे कपड़िਆਂ नू देख के, तुहाडे सोहणे लिबास नू देख के, सोहनी ड्रैस नू वेख के प्रभावित हो जाणगे, पर अंदरों तू किहो जिहा है ये असी सारे ही जानते हाँ। अपने आप नू हर एक बंदा बहुत चंगी तरह जानता है कि मेरे अंदर किन्ने औगण ते किन्ने गुनाह ने। जे अंदरों असी अपने आप नू सोहना बनावांगे तां असी कलगियां वाले दे अगे सीस झुका के ये कह सकते हाँ कि पातशाह तुसी इस सिक्खी दी दात सानू बख्शिश कीती ते असी इस दात नू संभाल के रखिया है। सतगुरु जी रहमत करन। पिछले साल भी इस परिवार दे गृह विखे सेवा करन दा सुभाग प्राप्त होया सी। सतगुरु जी रहमत करन। इसे तरह ही सेवक परिवार दे सीस ते मेहर भरिया हाथ रखते हुए दरों घरों नाम बंदगी दियां दातां बख्शिश करते हुए अपने चरण कमलों का ओट आसरा बख्शिश करन। कल नूं आपां फिर एक हाज़री होर परांगे। अज वास्ते इतनियां बेनतियां प्रवान करनियां जी। शब्द ही विचार करदियां बेअंत प्रकार दीयां भुल्लां हो जांदियां हन। धन श्री गुरु ग्रंथ साहिब महाराज जी अते समुची साध संगत बख्शनहार है, बख्श लेना जी। बेअंत प्रकार दीयां भुल्लां खिमा करते हुए मिठी आसीस बख्शिश करो। फतेह दी सांझ पाओ। आखो जी वाहिगुरु जी का खालसा वाहिगुरु जी की फतेह।